ਪ੍ਰਾਈਮ ਇਮੀਗ੍ਰੇਸ਼ਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਨਾਲ ਕਮਲ ਮਾਨ ਇਮੀਗ੍ਰੇਸ਼ਨ ਤੋਂ ਅੱਜ ਇੱਕ ਵਾਰ ਫੇਰ ਜੁਆਇਨ ਕੀਤੀ ਹੈ, ਕਿਉਂਕਿ ਇਮੀਗ੍ਰੇਸ਼ਨ 'ਚ ਜਿਹੜੀਆਂ ਵੀ ਚੇਂਜਸ ਆਉਂਦੀਆਂ, ਜਿਹੜੀਆਂ ਵੀ ਅਪਡੇਟਸ ਆਉਂਦੀਆਂ, ਉਹ ਸਾਡੇ ਰੂਬਰੂ ਰੱਖਦੇ ਹੈ ਔਰ ਉਸ ਚੀਜ਼ ਦਾ ਫਾਇਦਾ ਹੁੰਦਾ ਹੈ। ਹੁਣ ਇਮੀਗ੍ਰੇਸ਼ਨ ਪੈਂਡੇਮਿਕ ਕਰਕੇ ਕਾਫੀ ਪ੍ਰੋਗਰਾਮਸ ਬੰਦ ਕਰਤੇ ਗਏ ਸੀਗੇ। ਹੁਣ ਕੁਝ ਸਰਵਿਸਿਜ਼ ਓਪਨ ਕੀਤੀਆਂ ਗਈਆਂ, ਰੀਓਪਨ ਕੀਤੀਆਂ। ਉਹਦੇ 'ਚ ਇਨ ਪਰਸਨ ਸਿਟੀਜ਼ਨ ਦੇ ਸ਼ਿਪ ਦੇ ਜਿਹੜੇ ਟੈਸਟ ਹੈ ਜਾਂ ਵਰਚੁਅਲ ਵੀ ਕੀਤੀਆਂ ਗਈਆਂ। ਅਸੀਂ ਸਾਰੀ ਜਾਣਕਾਰੀ ਉਹਨਾਂ ਤੋਂ ਲੈਂਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਕਾਫੀ ਅਪਡੇਟਸ ਹੈਗੀਆਂ ਜਿਹੜੀਆਂ ਕਿ ਫਾਈਲਸ ਅਪਰੂਵ ਕੀਤੀਆਂ ਗਈਆਂ ਸਟੱਡੀ ਪਰਮਿਟ ਦੀਆਂ। ਸੋ ਅਸੀਂ ਚੱਲਦੇ ਹਾਂ ਕਮਲ ਮਾਨ ਕੋਲ ਔਰ ਸਾਰੀ ਜਾਣਕਾਰੀ ਉਹਨਾਂ ਤੋਂ ਲੈਂਦੇ ਹਾਂ। ਕਮਲ ਜੀ, ਵੈਲਕਮ ਟੂ ਪ੍ਰਾਈਮ ਏਸ਼ੀਆ। Thank you, Nitin ji. Thank you for having us again. And as we always say, it's definitely a pleasure. ਸਾਨੂੰ ਬਹੁਤ ਵਧੀਆ ਲੱਗਦਾ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਦੇ ਨਾਲ ਜੋ ਵੀ ਨਵੀਆਂ ਇਮੀਗ੍ਰੇਸ਼ਨ ਦੇ ਵਿੱਚ ਅਪਡੇਟਸ ਆਉਂਦੀਆਂ ਨੇ ਉਹਨਾਂ ਨੂੰ ਸ਼ੇਅਰ ਕਰਨਾ। ਸੋ ਇਸ ਪ੍ਰੋਗਰਾਮ ਦੇ ਵਿੱਚ ਵੀ we will make sure ਕਿ ਜਿੰਨੇ ਸਾਰੇ ਕੀ ਚੇਂਜਸ ਆਈਆਂ ਨੇ we are able to cover them up one by one. ਠੀਕ ਹੈ। ਤੋ ਕਮਲ ਜੀ, ਅਸੀਂ ਸਟਾਰਟ ਕਰਦੇ ਹਾਂ। ਜਿੱਦਾਂ ਪੈਂਡੇਮਿਕ ਤੇ ਕਾਫੀ ਸਰਵਿਸਿਜ਼ ਬੰਦ ਕਰਤੀਆਂ ਗਈਆਂ ਸੀਗੀਆਂ ਇਮੀਗ੍ਰੇਸ਼ਨ ਤੋਂ ਬਹੁਤ ਜੀਆਂ। ਹੁਣ ਇੱਕ ਨਿਊਜ਼ ਆਈ ਹੈ ਕਿ ਰੀਓਪਨ ਕਾਫੀ ਸਰਵਿਸਿਜ਼ ਕੀਤੀਆਂ ਗਈਆਂ। ਉਹ ਕੀ ਰੀਓਪਨ 'ਚ ਕੀ ਹੈਗਾ? ਹਾਂਜੀ ਬਿਲਕੁਲ ਨਿਤਿਨ ਜੀ, ਈਵਨ ਦੋ ਕਿ ਹੁਣ ਆਪਾਂ ਦੇਖਦੇ ਹਾਂ ਪਿਛਲੇ 1 ਜਾਂ 2 ਵੀਕਸ ਤੋਂ ਕੇਸਿਸ ਦੁਬਾਰਾ ਇਨਕਰੀਜ਼ ਹੋਣੇ ਜਿਹੜੇ ਆਪਣੇ ਸ਼ੁਰੂ ਹੋ ਗਏ ਨੇ, ਸਪੈਸੀਫਿਕਲੀ ਓਨਟਾਰੀਓ ਦੀ ਜੇ ਆਪਾਂ ਗੱਲ ਕਰੀਏ। ਬਟ IRCC ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਆ, ਉਹਨਾਂ ਨੇ ਕੁਛ ਇੱਕ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਦੁਬਾਰਾ ਓਪਨ ਹੌਲੀ ਗ੍ਰੈਜੂਅਲੀ ਸ਼ੁਰੂ ਕੀਤਾ ਆ ਦੁਬਾਰਾ ਓਪਨ ਕਰਨਾ। ਉਹਦੇ 'ਚ 3 ਮੇਨ ਜਿਹੜੀਆਂ ਚੀਜ਼ਾਂ ਆ ਜਾਂਦੀਆਂ। ਪਹਿਲੀ ਹੈਗੀ ਸਿਟੀਜ਼ਨਸ਼ਿਪ। ਸੋ ਤੁਹਾਡੀਆਂ ਜਿਹੜੀਆਂ ਸਿਟੀਜ਼ਨਸ਼ਿਪ ਦੇ ਟੈਸਟ ਦੀ ਰੀਹੀਅਰਿੰਗ ਵਗੈਰਾ ਹੈਗੀ ਆ ਜਾਂ ਕੋਈ ਹੀਅਰਿੰਗ ਹੈਗੀ ਤੁਹਾਡੀ ਸਿਟੀਜ਼ਨਸ਼ਿਪ ਫਾਈਲ ਦੇ ਰਿਲੇਟਡ, ਕੇਸ ਬਾਈ ਕੇਸ ਬੇਸਿਸ ਤੇ ਉਹਨਾਂ ਨੇ ਓਪਨ ਕਰਨੀ ਦੁਬਾਰਾ ਸ਼ੁਰੂ ਕੀਤੀ ਆ। ਇਟਸ ਨਾਟ ਦੈਟ ਕਿ ਉਹਨਾਂ ਨੇ ਸਾਰਿਆਂ ਦੇ ਟੈਸਟ ਜਿਹੜੇ ਇਨ ਪਰਸਨ ਲੈਣੇ ਦੁਬਾਰਾ ਸ਼ੁਰੂ ਕਰ ਲਏ ਆ, ਬਟ ਕੇਸ ਬਾਈ ਕੇਸ ਬੇਸਿਸ ਦੇ ਉੱਤੇ ਉਹਨਾਂ ਨੇ ਇੱਕ ਇਹ ਚੀਜ਼ ਜਿਹੜੀ ਇਨ ਪਰਸਨ ਸ਼ੁਰੂ ਕਰ ਲਈ ਆ ਸਿਟੀਜ਼ਨਸ਼ਿਪ ਦੇ ਰਿਲੇਟਡ। ਦੂਸਰੀ ਗੱਲ ਨਿਤਿਨ ਜੀ ਹੈਗੀ ਆ ਕਿ ਜਦੋਂ ਤੁਸੀਂ ਜੇ ਇਨਸਾਈਡ ਕੈਨੇਡਾ ਹੈਗੇ ਆ, ਐਪਲੀਕੈਂਟ ਦੀ ਜਦੋਂ PR ਦੀ ਐਪਲੀਕੇਸ਼ਨ ਅਪਰੂਵ ਹੋ ਕੇ ਆਉਂਦੀ ਆ ਤਾਂ ਉਹਨਾਂ ਨੂੰ ਜਿਹੜਾ ਫਾਈਨਲ ਆਪਣੀ ਲੈਂਡਡ ਇਮੀਗ੍ਰੈਂਟ ਹੋਣ ਦੇ ਲਈ ਇਟੋਬੀਕੋ ਆਫਿਸ ਇੱਥੇ ਓਨਟਾਰੀਓ ਦੀ ਜੇ ਆਪਾਂ ਗੱਲ ਕਰਦੇ ਆ, ਜਾਂ ਨਾਇਗਰਾ ਫਾਲਸ ਮੌਂਟਰੀਅਲ ਜੇ ਆਪਾਂ ਕਿਊਬੈਕ ਦੀ ਗੱਲ ਕਰਦੇ ਆ, ਉਹਨਾਂ ਆਫਿਸਿਸ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਫਾਈਨਲ ਪ੍ਰੋਸੈਸਿੰਗ ਹੁੰਦੀ ਹੈ ਕਿ ਉਹਨਾਂ ਨੂੰ ਲੈਂਡਿੰਗ ਪੇਪਰ ਇਸ਼ੂ ਕਰ ਦਿੱਤਾ ਜਾਂਦਾ ਆ। ਇਹ ਵੀ ਜਿਹੜੀ ਪ੍ਰੋਸੈਸ ਆ ਇਹਨੂੰ ਬੰਦ ਕੀਤਾ ਹੋਇਆ ਸੀ ਪਿਛਲੇ ਕੁਝ ਕੁ ਮਹੀਨਿਆਂ ਦਾ, ਸਟਾਰਟਿੰਗ ਫਰਮ ਮਾਰਚ। ਇਹ ਵੀ ਦੁਬਾਰਾ ਓਪਨ ਹੋਣ ਜਾ ਰਹੀ ਆ। ਸੋ ਜੇ ਤੁਸੀਂ ਚਾਹੇ ਐਕਸਪ੍ਰੈਸ ਐਂਟਰੀ ਅੰਡਰ ਫਾਈਲ ਲਾਈ ਹੋਈ ਆ, ਤੁਸੀਂ ਸਪਾਊਸਲ ਫੈਮਿਲੀ ਸਪਾਂਸਰਸ਼ਿਪ ਅੰਡਰ ਫਾਈਲ ਤੁਹਾਡੀ ਲੱਗੀ ਹੋਈ ਆ, ਜਾਂ PNP ਅੰਡਰ ਕਿਸੇ ਵੀ ਤਰੀਕੇ ਤੁਸੀਂ PR ਦੀ ਫਾਈਲ ਇਨਸਾਈਡ ਕੈਨੇਡਾ ਲਾਈ ਹੋਈ ਆ, ਤਾਂ ਲੈਂਡਡ ਇਮੀਗ੍ਰੈਂਟ ਹੋਣ ਦੇ ਲਈ ਹੁਣ ਦੁਬਾਰਾ ਤੋਂ ਉਹਨਾਂ ਨੇ ਇਨ ਪਰਸਨ ਜਿਹੜੀਆਂ ਇੰਟਰਵਿਊਜ਼ ਇਟੋਬੀਕੋ ਆਫਿਸ ਤੇ ਲੈਣੀਆਂ ਸ਼ੁਰੂ ਕਰ ਦੇਣੀਆਂ ਨੇ। ਇਹ ਤੋਂ ਬਿਨਾਂ ਤੀਜੀ ਚੀਜ਼ ਜਿਹੜੀ ਹੈਗੀ ਆ ਕਿ ਜੇ ਤੁਸੀਂ ਰਿਫਿਊਜੀ ਅਸਾਈਲਮ ਕਲੇਮ ਲਾਉਣਾ ਆ, ਸੋ ਪਹਿਲਾਂ ਅੱਜ ਦੀ ਡੇਟ ਦੇ ਵਿੱਚ ਕੀ ਆ ਕਿ ਜੇ ਆਪਾਂ ਇਨਸਾਈਡ ਕੈਨੇਡਾ ਅਸਾਈਲਮ ਕਲੇਮ ਲਾਉਣਾ ਤਾਂ ਆਪਾਂ ਨੂੰ ਈਮੇਲ ਕਰਨੇ ਪੈਂਦੇ ਡਾਕੂਮੈਂਟਸ। ਨਾਰਮਲ ਪ੍ਰੋਸੈਸ ਇਹਦਾ ਕੀ ਹੁੰਦਾ ਕਿ ਐਪਲੀਕੈਂਟ ਜਿਹੜਾ ਹੈਗਾ ਆਪਣੇ ਰੈਪਰੈਜ਼ੈਂਟੇਟਿਵ ਦੇ ਨਾਲ ਜਾਂ ਔਨ ਦੇਅਰ ਓਨ ਉਹ IRCC ਦੇ ਆਫਿਸ ਦੇ ਵਿੱਚ ਆਪਣੀ ਸਾਰੀ ਫਾਈਲ ਲੈ ਕੇ ਜਾਂਦੇ ਆ। ਉੱਥੇ ਉਹਨਾਂ ਦੀ ਫਾਈਲ ਨੂੰ ਇਨੀਸ਼ੀਅਲ ਜਿਹੜੀ ਸਟੇਜ ਰਿਵਿਊ ਕਰਕੇ ਉਹਨਾਂ ਨੂੰ ਉਹਨਾਂ ਦਾ ਕਲੇਮ ਜਿਹੜਾ ਐਕਸੈਪਟ ਕੀਤਾ ਜਾਂਦਾ। ਉਹ ਵੀ ਜਿਹੜੀਆਂ ਹੁਣ ਇਨ ਪਰਸਨ ਇੰਟਰਵਿਊਜ਼ ਨੇ ਉਹ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਨੇ ਹੌਲੀ ਹੌਲੀ। ਹੋਪਫੁਲੀ ਜਿਹੜਾ ਹੈਗਾ ਆਪਣਾ ਕੋਈ ਬਹੁਤ ਜ਼ਿਆਦਾ ਸਵੀਅਰ ਸੈਕੰਡ ਵੇਵ ਜੇ ਨਹੀਂ ਆਉਂਦੀ, ਵੀ ਕੈਨ ਡੈਫੀਨੇਟਲੀ ਐਕਸਪੈਕਟ ਕਿ ਹੋਰ ਵੀ ਸਰਵਿਸਿਜ਼ ਜਿਹੜੀਆਂ ਓਪਨ ਕੀਤੀਆਂ ਜਾਣਗੀਆਂ। ਠੀਕ ਹੈ ਕਮਲ ਜੀ, ਆਪਾਂ ਚਲੀਏ ਅਗਲੇ ਪੁਆਇੰਟ ਤੇ ਜਿਹੜਾ ਕਿ ਬੜੀ ਅੱਛੀ ਨਿਊਜ਼ ਹੈ ਜਿੰਨੇ ਕਿ ਅਪਰੂਵਲ ਹੋਏ ਆ ਸਟੱਡੀ ਪਰਮਿਟ ਤੇ। ਲੇਕਿਨ ਉਸ ਤੋਂ ਪਹਿਲੇ ਅਗਰ ਮੈਂ ਬਾਇਓਮੈਟ੍ਰਿਕ ਦੇ ਤੁਹਾਡੇ ਤੋਂ ਅਪਡੇਟ ਲੈਣੀ ਹੋਏ ਤੇ ਉਹਦੇ 'ਚ ਐਲੀਜੀਬਿਲਿਟੀ ਕੀ ਹੈ, ਐਗਜ਼ੈਂਪਸ਼ਨ ਕੀ ਹੈ? ਬਾਇਓਮੈਟ੍ਰਿਕ ਦੇ ਬਾਰੇ ਬਹੁਤ ਲੋਕਾਂ ਦੇ ਸਵਾਲ ਹੈ ਕਿਉਂਕਿ ਉਹਨਾਂ ਦੇ ਹੈਲਡ ਅਪ ਵੀ ਪਏ ਹੈ, ਕੁਝ ਐਗਜ਼ੈਂਪਸ਼ਨਸ ਮਿਲ ਗਈਆਂ ਸੀ। ਕੀ ਕਲੈਰਿਟੀ ਹੈ ਸਾਰੀ ਬਾਇਓਮੈਟ੍ਰਿਕ? ਬਿਲਕੁਲ, ਬਾਇਓਮੈਟ੍ਰਿਕਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਨਵੀਆਂ ਅਪਡੇਟਸ ਆਈਆਂ ਨੇ ਇਨ ਦਾ ਪਾਸਟ ਫਿਊ ਵੀਕਸ ਨਿਤਿਨ ਜੀ। ਸਭ ਤੋਂ ਪਹਿਲੀ ਜਿਹੜੀ ਮੇਨ ਅਪਡੇਟ ਆਈ ਆ ਕਿ ਜੇ ਤੁਸੀਂ PR ਦੀ ਐਪਲੀਕੇਸ਼ਨ ਲਾਈ ਹੋਈ ਆ ਕੈਨੇਡਾ ਦੇ ਲਈ, ਚਾਹੇ ਇਨਸਾਈਡ ਕੈਨੇਡਾ ਲਾਈ ਹੋਈ ਆ ਚਾਹੇ ਤੁਸੀਂ ਕੈਨੇਡਾ ਤੋਂ ਬਾਹਰ ਲਾਈ ਹੋਈ ਆ PR ਦੀ ਐਪਲੀਕੇਸ਼ਨ, ਤੁਹਾਨੂੰ ਐਗਜ਼ੈਂਪਸ਼ਨ ਹੈਗੀ ਆ ਕੱਲੀ PR ਦੀ ਫਾਈਲ ਦੇ ਲਈ ਬਾਇਓਮੈਟ੍ਰਿਕਸ ਦੇਣ ਤੋਂ, ਇਫ ਜੇ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਕਿਸੇ ਟਾਈਮ ਤੇ ਬਾਇਓਮੈਟ੍ਰਿਕ ਦਾ ਐਗਜ਼ਾਮ ਕਰਵਾਇਆ ਆ। ਸੋ ਹੁਣ ਇਹਦਾ ਮਤਲਬ ਕੀ ਹੈ ਕਿ ਜਿਵੇਂ ਕਈ ਵਾਰੀ ਆਪਾਂ ਵਿਜ਼ਟਰ ਵੀਜ਼ਾ ਲਾਇਆ ਹੁੰਦਾ ਕੈਨੇਡਾ ਦਾ, ਵਰਕ ਪਰਮਿਟ ਲਾਇਆ ਹੁੰਦਾ ਜਾਂ ਸਟੱਡੀ ਪਰਮਿਟ ਲਾਇਆ ਹੁੰਦਾ, ਜੇ ਤੁਹਾਡੇ ਆਲਰੇਡੀ ਬਾਇਓਮੈਟ੍ਰਿਕਸ ਹੋ ਚੁੱਕੇ ਆ ਕਿਸੇ ਟੈਂਪਰੇਰੀ ਵੀਜ਼ੇ ਫਾਈਲ ਦੇ ਲਈ ਚਾਹੇ, ਤਾਂ ਇਮੀਗ੍ਰੇਸ਼ਨ ਇਨ ਲਾਸਟ 10 ਇਅਰਸ ਪਿਛਲੇ 10 ਸਾਲਾਂ 'ਚ ਕਦੀ ਵੀ ਤੁਹਾਡਾ ਬਾਇਓਮੈਟ੍ਰਿਕ ਹੋਇਆ ਹੋਏ ਤੇ ਤੁਸੀਂ ਹੁਣ ਐਗਜ਼ੈਂਪਟ ਹੋ ਸਕਦੇ ਹੋ। ਬਿਲਕੁਲ, ਤੁਸੀਂ ਨਾਰਮਲ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਚਾਹੇ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਬਾਇਓਮੈਟ੍ਰਿਕਸ ਕਰਵਾਏ ਹੋਏ ਨੇ, ਪਰ ਜੇ ਤੁਸੀਂ PR ਦੀ ਫਾਈਲ ਲਾ ਰਹੇ ਹੋ ਤਾਂ ਤੁਹਾਨੂੰ ਦੁਬਾਰਾ ਬਾਇਓਮੈਟ੍ਰਿਕਸ ਕਰਵਾਉਣੇ ਪੈਂਦੇ ਸੀ। ਪਰ ਹੁਣ ਉਹਨਾਂ ਨੇ ਐਗਜ਼ੈਂਪਸ਼ਨ ਦੇਤੀ ਹੈ ਕਿ ਜੇ ਤੁਹਾਡੇ ਕਿਸੇ ਪੁਆਇੰਟ ਤੇ 10 ਸਾਲਾਂ 'ਚ ਹੋਏ ਆ ਤਾਂ ਤੁਹਾਨੂੰ PR ਦੀ ਫਾਈਲ ਦੇ ਲਈ ਕਰਵਾਉਣ ਦੀ ਲੋੜ ਨਹੀਂ ਹੈਗੀ। ਇਹਦੇ 'ਚ ਇਹ ਵੀ ਬਹੁਤ ਵਧੀਆ ਚੀਜ਼ ਆ ਕਿ ਇਕੱਲੇ ਇਨਸਾਈਡ ਕੈਨੇਡਾ ਐਪਲੀਕੈਂਟਸ ਨੂੰ ਨਹੀਂ ਐਗਜ਼ੈਂਪਟ ਕੀਤਾ ਗਿਆ, ਜੇ ਤੁਸੀਂ ਬਾਹਰ ਵੀ ਬੈਠੇ ਹੋ ਤਾਂ ਵੀ ਤੁਹਾਨੂੰ ਬਾਇਓਮੈਟ੍ਰਿਕਸ ਕਰਵਾਉਣ ਦੀ ਜ਼ਰੂਰਤ ਜਿਹੜੀ ਆ ਨਹੀਂ ਹੈਗੀ, ਐਜ਼ ਲੌਂਗ ਐਜ਼ ਤੁਸੀਂ ਪਿਛਲੇ 10 ਸਾਲਾਂ 'ਚ ਇੱਕ ਵਾਰੀ ਕਰਵਾਏ ਹੋਏ ਨੇ ਬਾਇਓਮੈਟ੍ਰਿਕਸ।
ਦੂਜੀ ਗੱਲ ਹੈਗੀ ਨਿਤਿਨ ਜੀ, ਉਹਨਾਂ ਐਪਲੀਕੈਂਟਸ ਦੇ ਲਈ ਜਿਹੜੇ ਇਨਸਾਈਡ ਕੈਨੇਡਾ ਬੈਠੇ ਆ, ਜਿਨ੍ਹਾਂ ਦੀਆਂ PR ਦੀਆਂ ਫਾਈਲਾਂ ਲੱਗੀਆਂ ਹੋਈਆਂ ਤੇ ਜਿਨ੍ਹਾਂ ਨੇ ਕਦੇ ਵੀ ਬਾਇਓਮੈਟ੍ਰਿਕਸ ਨਹੀਂ ਕਰਵਾਈ ਪਿਛਲੇ 10 ਸਾਲਾਂ ਦੇ ਵਿੱਚ, ਠੀਕ ਹੈ, ਉਹਨਾਂ ਐਪਲੀਕੈਂਟਸ ਨੂੰ ਹੁਣ ਸਰਵਿਸ ਕੈਨੇਡਾ ਵੱਲੋਂ ਕਾਲਸ ਆਉਣੀਆਂ ਸ਼ੁਰੂ ਹੋਈਆਂ ਨੇ। ਜਿਹੜਾ ਵੀ ਤੁਸੀਂ ਕੰਟੈਕਟ ਇਨਫੋਰਮੇਸ਼ਨ, ਫੋਨ ਨੰਬਰ ਜਾਂ ਈਮੇਲ ਐਡਰੈਸ ਆਪਣਾ ਦਿੱਤਾ ਹੋਇਆ ਫਾਈਲ ਤੇ, ਉਸ ਕੰਟੈਕਟ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਸਰਵਿਸ ਕੈਨੇਡਾ ਵਿਲ ਬੀ ਗੈਟਿੰਗ ਇਨ ਟੱਚ ਵਿਦ ਯੂ। ਉਹ ਤੁਹਾਨੂੰ ਦੱਸਣਗੇ ਕਿ ਤੁਹਾਡੀ ਅਪਾਇੰਟਮੈਂਟ ਅਸੀਂ ਸਕੈਜੂਲ ਕਰਨਾ ਚਾਹੁੰਦੇ ਹਾਂ, ਤੁਹਾਡੀ ਅਵੇਲੇਬਿਲਿਟੀ ਦੇ ਅਕੋਰਡਿੰਗ ਤੁਹਾਡੀਆਂ ਇਨਸਾਈਡ ਕੈਨੇਡਾ PR ਐਪਲੀਕੇਸ਼ਨਸ ਦੇ ਲਈ ਉਹਨਾਂ ਨੇ ਬਾਇਓਮੈਟ੍ਰਿਕਸ ਲੈਣੇ ਦੁਬਾਰਾ ਸ਼ੁਰੂ ਕਰ ਦੇਣੇ ਆ। ਠੀਕ ਹੈ। ਤੀਜੀ ਗੱਲ ਹੈਗੀ ਉਹਨਾਂ ਐਪਲੀਕੈਂਟਸ ਦੇ ਲਈ ਜਿਹੜੇ ਬਾਹਰ ਬੈਠੇ ਨੇ ਕੈਨੇਡਾ ਤੋਂ, ਜਿਨ੍ਹਾਂ ਨੇ ਸਟੂਡੈਂਟ ਵੀਜ਼ੇ ਦੀ ਫਾਈਲ ਲਾਈ ਆ ਜਾਂ ਜਿਨ੍ਹਾਂ ਨੇ ਸਪਾਊਸਲ ਓਪਨ ਵਰਕ ਪਰਮਿਟ ਜਾਂ ਵਰਕ ਪਰਮਿਟ ਦੀਆਂ ਫਾਈਲਾਂ ਲਾਈਆਂ ਹੋਈਆਂ, ਉਹਨਾਂ ਨੂੰ ਹਾਲੇ ਵੀ ਜ਼ਰੂਰਤ ਹੈਗੀ ਆ ਬਾਇਓਮੈਟ੍ਰਿਕਸ ਕਰਵਾਉਣ ਦੀ। ਕੋਈ ਵੀ ਐਗਜ਼ੈਂਪਸ਼ਨ ਹਾਲੇ ਇਮੀਗ੍ਰੇਸ਼ਨ ਨੇ ਨਹੀਂ ਲਾਂਚ ਕੀਤੀ ਹੈਗੀ, ਤੇ ਜੇ ਆਪਾਂ ਸਪੈਸੀਫਿਕਲੀ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਬਾਇਓਮੈਟ੍ਰਿਕਸ ਵੀ ਹਾਲੇ ਨਹੀਂ ਓਪਨ ਹੋਏ ਹੈਗੇ। ਠੀਕ ਹੈ। ਸੋ ਕਮਲ ਜੀ, ਤੁਸੀਂ ਨਵੇਂ ਆਫਿਸ 'ਚ ਮੂਵ ਹੋਣਾ ਸੀਗਾ ਤੇ ਉਹਦੇ ਲਈ ਤੁਹਾਨੂੰ ਮੁਬਾਰਕਾਂ। ਤਾਂ ਮੇਰਾ ਤੁਸੀਂ ਇਨ ਪਰਸਨ ਸ਼ੁਰੂ ਕਰ ਲਿਆ ਕਿ ਨਹੀਂ ਅਪਾਇੰਟਮੈਂਟਸ? ਹਾਂਜੀ ਬਿਲਕੁਲ, ਵੀ ਆਰ ਐਬਸੋਲੂਟਲੀ ਸੀਇੰਗ ਐਵਰੀਬਡੀ ਇਨ ਪਰਸਨ। ਤੁਹਾਡੇ ਕੋਲੇ ਦੋਨੇ ਆਪਸ਼ਨਸ ਹੀ ਹੈਗੀਆਂ। ਕਈ ਵਾਰੀ ਸਾਡੇ ਕਲਾਇੰਟ ਕਹਿ ਦਿੰਦੇ ਕਿ ਅਸੀਂ ਫੋਨ ਤੇ ਹੀ ਕਰਨਾ ਚਾਹੁੰਦੇ, ਬਿਲਕੁਲ we can do on phone as well. ਤੁਸੀਂ Skype, Zoom ਦੇ ਥਰੂ ਵੀਡੀਓ ਕਾਲ ਕਰਨਾ ਚਾਹੁੰਦੇ, ਅਸੀਂ ਉਹ ਵੀ ਕਰ ਸਕਦੇ, but we are also taking in-person consultations now. ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਜ਼ਰੂਰ ਕਰਨੀ ਹੋਊਗੀ, ਪਰ ਤੁਸੀਂ ਬਿਲਕੁਲ ਸਾਡੇ ਆਫਿਸ 'ਚ ਆਓ। ਸਾਡੀ ਲੋਕੇਸ਼ਨ ਹੈਗੀ ਆ 2700 ਨਾਰਥ ਪਾਰਕ ਡਰਾਈਵ। ਇਹ ਮੇਨ ਇੰਟਰਸੈਕਸ਼ਨ ਹੈਗੀ 에ਅਰਪੋਰਟ ਐਂਡ ਨਾਰਥ ਪਾਰਕ, ਐਂਡ the unit is 20. ਸੋ ਤੁਸੀਂ ਬਿਲਕੁਲ ਸਾਡੇ ਆਫਿਸ 'ਚ ਆ ਕੇ ਸਾਨੂੰ ਮਿਲ ਸਕਦੇ ਹੋ, and we'll be very happy ਕਿ ਚਾਹੇ ਤੁਹਾਡੀ ਫਾਈਲ ਦੀ ਪ੍ਰੋਸੈਸਿੰਗ ਕਰਨੀ ਹੈ, ਚਾਹੇ ਤੁਹਾਨੂੰ ਗਾਈਡੈਂਸ ਚਾਹੀਦੀ ਹੈ। ਤੇ ਫੋਨ ਨੰਬਰ ਔਰ ਈਮੇਲ ਵੀ ਦੱਸ ਦਿਓ ਇੱਕ ਵਾਰ, ਆਪਣਾ ਫੋਨ ਨੰਬਰ ਈਮੇਲ ਵੀ ਦੱਸ ਦਿਓ। ਰਾਈਟ, ਸਾਡਾ ਫੋਨ ਨੰਬਰ ਹੈਗਾ 4168260002, ਈਮੇਲ ਐਡਰੈਸ info@manimmigration.com। ਇੱਕ ਹੋਰ ਚੀਜ਼ ਹੈਗੀ, ਤੁਸੀਂ ਸਾਡੇ ਵੈਬਸਾਈਟ ਤੇ ਵੀ ਜਾ ਸਕਦੇ ਹੋ www.manimmigration.com। ਜੇ ਤੁਸੀਂ ਅਪਾਇੰਟਮੈਂਟ ਬੁੱਕ ਕਰਨਾ ਚਾਹੁੰਦੇ ਹੋ, ਤੁਹਾਨੂੰ ਸਾਨੂੰ ਕਾਲ ਕਰਨ ਦੀ ਵੀ ਲੋੜ ਹੈ ਨਹੀਂ, ਤੁਸੀਂ ਸਾਡੀ ਵੈਬਸਾਈਟ ਤੇ ਹੀ ਜਾ ਕੇ ਆਪਣੀ ਅਪਾਇੰਟਮੈਂਟ ਜਿਹੜੀ ਆ ਉਹ ਸੈਟਅਪ ਕਰ ਸਕਦੇ ਹੋ। ਤੁਸੀਂ ਕੋਈ ਵੀ ਨਵੀਆਂ ਸਰਵਿਸਿਜ਼ ਜਿਹੜੀਆਂ ਜਾਂ ਕੋਈ ਨਵੀਆਂ ਅਪਡੇਟਸ ਆਉਂਦੀਆਂ ਨੇ, ਉਹਦੇ ਲਈ ਵੀ ਯੂ ਕੈਨ ਸਟੇ ਟਿਊਨ ਟੂ ਆਰ ਵੈਬਸਾਈਟ। ਵੀ ਆਰ ਮੇਕਿੰਗ ਸ਼ੋਰ ਕਿ ਸਾਰੀ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਜਿਹੜੀ ਅਸੀਂ ਆਪਣੀ ਵੈਬਸਾਈਟ ਤੇ ਵੀ ਅਪਡੇਟਡ ਰੱਖੀਏ। ਠੀਕ ਹੈ। ਕਮਲ ਜੀ, ਮੁਬਾਰਕਾਂ ਤੁਹਾਨੂੰ ਤੁਹਾਡੀ ਨਵੀਂ ਲੋਕੇਸ਼ਨ ਲਈ। ਐਂਡ ਅਗਰ ਅਸੀਂ ਕਹੀਏ ਕਿ ਆਈਲੈਟਸ ਦੇ ਬਾਰੇ, ਆਈਲੈਟਸ ਤੇ ਵੀ ਬਹੁਤ ਇਨਕੁਆਇਰੀਜ਼ ਹੈ। ਆਈਲੈਟਸ ਦੇ ਪੇਪਰ ਟੈਸਟ ਦੇਣੇ ਆ, ਜਿਨ੍ਹਾਂ ਨੇ PR ਦੀ ਫਾਈਲਸ ਲਾਣੀ ਹੈ ਫਰਦਰ, ਉਹ ਵੀ ਬਹੁਤ ਪੁੱਛਦੇ ਕਿ ਆਈਲੈਟਸ ਦੇ ਸੈਂਟਰ ਆਨਲਾਈਨ ਦਈਏ ਕਿ ਇਨ ਪਰਸਨ ਦਈਏ। ਕੀ ਤੁਸੀਂ ਸੁਜੈਸਟ ਕਰਦੇ ਹੋ, ਔਰ ਆਈਲੈਟਸ ਦਾ ਕੀ ਸਟੇਟਸ ਹੈ ਇਸ ਟਾਈਮ ਖੁੱਲ ਗਿਆ? ਜੇ ਆਪਾਂ ਇਨਸਾਈਡ ਕੈਨੇਡਾ ਦੀ ਗੱਲ ਕਰਦੇ ਹਾਂ ਨਿਤਿਨ ਜੀ, ਬਿਲਕੁਲ ਆਈਲੈਟਸ ਦੇ ਵਿੱਚ ਦੋਨੇ ਤਰੀਕੇ ਦੇ ਨਾਲ ਹੀ ਪੇਪਰਸ ਦੀਆਂ ਜਿਹੜੀਆਂ ਡੇਟਸ ਮਿਲ ਰਹੀਆਂ ਨੇ। ਜੇ ਤੁਸੀਂ ਆਨਲਾਈਨ ਪੇਪਰ ਦੇ ਸਕਦੇ ਹੋ ਤਾਂ ਉਹਦੀ ਡੇਟ ਤੁਹਾਨੂੰ ਫੇਅਰਲੀ ਕੁਇਕਲੀ ਮਿਲ ਜਾਂਦੀ ਆ, ਤੇ ਜੇ ਤੁਸੀਂ ਇਨ ਪਰਸਨ ਜਾ ਕੇ ਸੈਂਟਰ ਦੇ ਵਿੱਚ ਜਾ ਕੇ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਹੋ ਕੇ ਆਪਣਾ ਪੇਪਰ ਦੇਣਾ ਆ, ਉਹਦੀਆਂ ਵੀ ਡੇਟਸ ਬਿਲਕੁਲ ਮਿਲ ਰਹੀਆਂ ਨੇ। ਹੋ ਸਕਦਾ ਕਿ ਤੁਹਾਨੂੰ ਅਪਰੋਕਸੀਮੇਟਲੀ 20 ਤੋਂ 30 ਦਿਨਾਂ ਦੀ ਵੇਟ ਹੋਵੇ, ਪਰ ਰეკਮੈਂਡੇਸ਼ਨ ਕੀ ਹੈਗੀ ਹੈ ਕਿ ਹੁਣ ਜਿੱਦਾਂ ਦੁਬਾਰਾ ਕੇਸਿਸ ਜਿਹੜੇ ਵਧਣ ਲੱਗ ਗਏ ਨੇ, ਜੇ ਸੈਕੰਡ ਵੇਵ ਵਗੈਰਾ ਕੁਛ ਆਉਂਦੀ ਆ, ਤਾਂ ਇਮੀਗ੍ਰੇਸ਼ਨ ਆਪਣਾ ਕੈਨੇਡੀਅਨ ਇਮੀਗ੍ਰੇਸ਼ਨ ਜਿਵੇਂ ਉਹਨਾਂ ਨੇ ਪਿੱਛੇ ਕੀਤਾ ਸੀਗਾ ਕਿ ਸਿਰਫ ਇਨਸਾਈਡ ਕੈਨੇਡਾ ਦੀਆਂ ਫਾਈਲਾਂ PR ਲਈ ਉਹਨਾਂ ਨੇ ਸਿਲੈਕਟ ਕਰਨੀਆਂ ਸ਼ੁਰੂ ਕੀਤੀਆਂ ਸੀ। ਉਹਦੇ ਨਾਲ ਐਕਸਪ੍ਰੈਸ ਐਂਟਰੀ ਦੇ ਵਿੱਚ ਪੁਆਇੰਟ ਸਕੋਰ ਬਹੁਤ ਘਟ ਗਿਆ ਸੀ। देयर वाज अ ਪੁਆਇੰਟ ਕਿ ਜਦੋਂ ਉਹਨਾਂ ਨੇ 431 ਤੱਕ ਪੁਆਇੰਟ ਸਕੋਰ ਦੀਆਂ ਫਾਈਲਾਂ ਵੀ ਸਿਲੈਕਟ ਕੀਤੀਆਂ ਨੇ। ਸੋ ਤੁਸੀਂ ਆਪਣਾ ਬਿਲਕੁਲ ਆਈਲੈਟਸ ਦਾ ਪੇਪਰ ਦੇ ਰੱਖੋ। ਜੇ ਤੁਹਾਡੀ ਕੋਈ ਬਾਹਰਲੀ ਐਜੂਕੇਸ਼ਨ ਹੈਗੀ ਆ ਆਊਟਸਾਈਡ ਕੈਨੇਡਾ, ਉਹਦੀ ਅਸੈਸਮੈਂਟ ਵੀ ਕਰਵਾ ਲਓ WES ਤੋਂ, ਸੋ ਦੈਟ ਕਿ ਕੱਲ ਨੂੰ ਜੇ ਰੂਲਸ ਸੌਖੇ ਹੁੰਦੇ ਆ, ਜੇ ਸਿਰਫ ਕੈਨੇਡੀਅਨਸ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ, ਜਿਹੜੇ ਬੱਚੇ ਇੱਥੇ ਆਲਰੇਡੀ ਹੈਗੇ ਆ, ਤਾਂ ਯੂ ਵਿਲ ਸਟੈਂਡ ਅ ਚਾਂਸ, ਬਿਕਾਜ਼ ਬਿਨਾਂ ਆਈਲੈਟਸ ਤੋਂ ਫਿਰ ਤੁਹਾਡੀ ਫਾਈਲ ਨਹੀਂ ਲੱਗ ਪਾਊਗੀ। ਠੀਕ ਹੈ। ਕਮਲ ਜੀ, ਮੈਨੂੰ ਆਹ ਦੱਸੋ ਕਿ ਜਿਹੜੀਆਂ ਫਾਈਲਸ ਹੁਣ ਇਮੀਗ੍ਰੇਸ਼ਨ ਦੇ, ਜਿੱਦਾਂ ਕੋਵਿਡ ਦੇ ਕੇਸਿਸ ਵੱਧ ਰਹੇ ਆ, ਦੁਬਾਰਾ ਇੱਕ ਸੈਕੰਡ ਵੇਵ ਦੀ ਵੀ ਗੱਲ ਚੱਲ ਰਹੀ ਹੈ, ਸੋ ਕੀ ਇਮੀਗ੍ਰੇਸ਼ਨ ਦੇ ਪ੍ਰੋਸੈਸ ਜਾਂ ਫਾਈਲਸ ਤੇ ਵੀ ਫਰਕ ਪਏਗਾ ਉਹਦਾ ਦੁਬਾਰਾ ਹੁਣ ਕੁਝ? ਟੂ ਬੀ ਓਨੈਸਟ, ਸੋ ਫਾਰ ਤਾਂ ਜਿਵੇਂ ਆਪਾਂ ਪਿੱਛੇ ਵੀ ਦੇਖਿਆ, ਜਦੋਂ ਪੀਕ ਮੰਥਸ ਵੀ ਸੀਗੇ ਇਮੀਗ੍ਰੇਸ਼ਨ ਦੇ, ਆਪਣੇ ਕੋਵਿਡ ਦੇ, ਜਦੋਂ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ देयर वाज अ ਲੌਕਡਾਊਨ ਪ੍ਰੀਟੀ ਮੱਚ, ਉਸ ਟਾਈਮ ਤੇ ਵੀ ਜੇ ਆਪਾਂ ਸਪੈਸੀਫਿਕਲੀ PNPs ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਜਿਹੜੀ ਆਪਣੀ ਹੈਗੀ ਰੈਗੂਲਰ ਤਰੀਕੇ ਦੇ ਨਾਲ ਹੀ ਫਾਈਲਾਂ ਦੇ ਜਿਹੜੀਆਂ ਉਹ ਸਿਲੈਕਟ ਕਰ ਰਹੇ ਸੀ, ਇਨਵੀਟੇਸ਼ਨਸ ਵੀ ਆ ਰਹੇ ਸੀਗੇ। ਹੁਣ ਵੀ ਜੇ ਆਪਾਂ ਰੀਸੈਂਟ ਟਾਈਮ ਦੀ ਆਪਾਂ ਗੱਲ ਕਰੀਏ ਤਾਂ ਜਿੱਦਾਂ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਹੁਣ ਆਹ ਕੁਝ ਕੁ ਦਿਨ ਹੋਇਆ, ਉੱਥੇ ਇੱਕ ਸਭ ਤੋਂ ਵੱਡਾ ਜਿਹੜਾ PNP ਦਾ ਲਾਈਕ ਅ ਰੈਕਰਡ ਨੰਬਰ ਆਫ ਇਨਵੀਟੇਸ਼ਨਸ ਵਰ ਇਸ਼ੂਡ ਅੰਡਰ ਦਾ PNP ਪ੍ਰੋਗਰਾਮ। ਉਹਦੇ ਚ ਉਹਨਾਂ ਦੀ ਐਕਸਪ੍ਰੈਸ ਐਂਟਰੀ ਐਂਡ ਲੇਬਰ ਮਾਰਕੀਟ ਜਿਹੜੀ ਸਟਰੀਮ ਹੈਗੀ ਆ, ਉਹਦੇ ਚ 345 ਜਿਹੜੇ ਇਨਵੀਟੇਸ਼ਨਸ ਇਸ਼ੂ ਕੀਤੇ ਗਏ ਨੇ, ਇੱਕ ਸਭ ਤੋਂ ਵੱਡਾ ਨੰਬਰ ਆਫ ਇਨਵੀਟੇਸ਼ਨਸ ਜਿਹੜੇ ਇਸ਼ੂ ਹੋਏ ਨੇ ਸੋ ਫਾਰ। ਇਹ ਤੋਂ ਬਿਨਾਂ BC ਦੇ ਵਿੱਚ ਬੜਾ ਰੈਗੂਲਰਲੀ ਜਿਹੜੇ ਟੈਕ ਪਾਇਲਟ ਪ੍ਰੋਗਰਾਮ ਦੇ ਅੰਡਰ ਇਨਵੀਟੇਸ਼ਨਸ ਇਸ਼ੂ ਹੁੰਦੇ ਆ, ਮਹੀਨੇ ਦੇ ਵਿੱਚ 1 ਜਾਂ 2 ਇਨਵੀਟੇਸ਼ਨਸ BC ਦੀ ਗਵਰਨਮੈਂਟ ਡੈਫੀਨੇਟਲੀ ਇਸ਼ੂ ਕਰਦੀ ਆ।
ਓਨਟਾਰੀਓ ਦੇ ਵਿੱਚ ਵੀ 1.5 ਮਹੀਨਾ ਹੋਇਆ, ਜਿਹੜੀ ਹਿਊਮਨ ਕੈਪੀਟਲ ਪ੍ਰਾਇੋਰਟੀ ਸਟਰੀਮ ਆ ਉਹਦੇ ਚ 600 ਦੇ ਨੇੜੇ ਇਨਵੀਟੇਸ਼ਨਸ ਇਸ਼ੂ ਕੀਤੇ ਗਏ ਆ। ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਮਹੀਨੇ ਦੇ ਵਿੱਚ 2 ਡਰਾ ਨਿਕਲਦੇ ਆ। ਸੋ ਡੈਫੀਨੇਟਲੀ ਜੇ ਆਪਾਂ ਪੀਆਰ ਦੀ ਗੱਲ ਕਰੀਏ ਤਾਂ ਜਿਹੜੀ ਆਪਣੀ ਕੈਨੇਡੀਅਨ ਗਵਰਨਮੈਂਟ ਹੈਗੀ ਹੈ, ਦੇ ਆਰ ਪ੍ਰੋ ਇਮੀਗ੍ਰੈਂਟਸ ਐਂਡ ਬੜੇ ਵਧੀਆ ਤਰੀਕੇ ਦੇ ਨਾਲ ਫਾਈਲਾਂ ਲਈਆਂ ਜਾ ਰਹੀਆਂ। ਸੋ ਐਸਾ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਹੈਗਾ ਜਿਹੜਾ ਬੰਦ ਕਰ ਦਿੱਤਾ ਗਿਆ ਸਪੈਸੀਫਿਕਲੀ, ਬਟ ਇੰਪੈਕਟ ਜਿਨ੍ਹਾਂ ਫਾਈਲਾਂ ਤੇ ਜ਼ਿਆਦਾ ਪਿਆ ਆ ਉਹ ਇੱਕ ਤਾਂ ਹੈਗਾ ਸਪਾਊਸਲ ਸਪਾਂਸਰਸ਼ਿਪ ਦੀਆਂ ਫਾਈਲਾਂ, ਕਿ ਜੇ ਤੁਸੀਂ ਇੱਥੇ ਪੀਆਰ ਜੋ ਸਿਟੀਜ਼ਨ ਹੈਗੇ, ਤੁਸੀਂ ਆਪਣੇ ਸਪਾਊਸ ਦੀ ਪੀਆਰ ਦੀ ਫਾਈਲ ਲਗਾਈ ਹੋਈ ਆ, ਉਹਨਾਂ ਫਾਈਲਸ ਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ। ਉਹਦੇ ਚ ਰਿਜੈਕਸ਼ਨ ਰੇਟ ਵੀ ਕਾਫੀ ਹਾਈ ਸੀਗਾ। ਸਪਾਊਸਲ ਓਪਨ ਵਰਕ ਪਰਮਿਟ ਚ ਹੈਗਾ ਨਿਤਿਨ ਜੀ, ਥੋੜਾ ਜਿਹਾ ਗਵਰਨਮੈਂਟ ਘੱਟ ਪ੍ਰੋਸੈਸ ਕਰ ਰਹੀ ਆ, ਜਿੱਦਾਂ ਵੀ ਆਪਾਂ ਨੂੰ ਕਾਫੀ ਸਾਰੀ ਜਿਹੜੀ ਆ ਡਾਕੂਮੈਂਟੇਸ਼ਨ ਨਾਲ ਲਾਉਣੀ ਪੈਂਦੀ ਆ ਫਾਈਲ ਦੇ, ਉਹਨਾਂ ਨੂੰ ਐਸਟੈਬਲਿਸ਼ ਕਰਨ ਦੇ ਲਈ ਕਿ ਹਾਂਜੀ ਅਸੀਂ ਫਾਈਨੈਂਸ਼ਲੀ ਵੀ ਸਟੇਬਲ ਹੈਗੇ ਆ, ਰਿਲੇਸ਼ਨਸ਼ਿਪ ਵੀ ਜੈਨੂਇਨ ਹੈਗਾ, ਤੇ ਜਿਹੜਾ ਐਪਲੀਕੈਂਟ ਆ ਉਹਦੀ ਐਜੂਕੇਸ਼ਨ ਜਾਂ ਵਰਕ ਐਕਸਪੀਰੀਅੰਸ ਦੇ ਬੇਸ ਤੇ ਉਹਨਾਂ ਨੂੰ ਇੱਥੇ ਆ ਕੇ ਕੰਮ ਲੱਭਣ ਚ ਵੀ ਮੁਸ਼ਕਿਲ ਨਹੀਂ ਪਏਗੀ। ਜੇ ਤਾਂ ਆਪਾਂ ਇਹ ਸਾਰੀ ਡਾਕੂਮੈਂਟੇਸ਼ਨ ਵਧੀਆ ਬਣਾ ਕੇ ਲਾਉਣੇ ਆ ਤਾਂ ਨਾਰਮਲੀ ਥਰੂ ਹੋ ਜਾਂਦੀ ਆ। ਪਰ ਜੇ ਆਪਾਂ ਕਹੀਏ ਕਿ ਵੀ ਫੰਡਸ ਘੱਟ ਸ਼ੋ ਕਰਤੇ ਜਾਂ ਆਪਾਂ ਕੋਈ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਲਾਈ ਤਾਂ ਬਿਲਕੁਲ ਸਟ੍ਰਿਕਟਲੀ ਇਮੀਗ੍ਰੇਸ਼ਨ ਨਹੀਂ ਅਪਰੂਵ ਕਰ ਰਹੀ ਹੈਗੀ ਉਹਨਾਂ ਫਾਈਲਾਂ ਨੂੰ। ਰਿਜੈਕਸ਼ਨ ਰੇਟ ਜਿਹੜੀ ਸਪਾਊਸਲ ਚ ਹੈਗੀ ਹੈ, ਹਾਂਜੀ, ਸਪਾਊਸਲ ਓਪਨ ਵਰਕ ਪਰਮਿਟ। ਸੋ ਯੈਸ ਵੀ ਡੈਫੀਨੇਟਲੀ ਹੈਵ ਟੂ ਮੇਕ ਸ਼ੋਰ ਕਿ ਜੇ ਤੁਹਾਡੀ, ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਨਿਤਿਨ ਜੀ ਡਿਸਕਸ ਕੀਤਾ ਸੀਗਾ ਐਂਡ ਮੈਂ ਤੁਹਾਡੇ ਚੈਨਲ ਤੇ ਦੇਖਿਆ ਵੀ ਸੀ, ਤੁਸੀਂ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਸੀਗਾ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਦੀ ਬਹੁਤ ਛੋਟੀ ਏਜ ਦੇ ਵਿੱਚ ਮੈਰਿਜ ਹੋ ਜਾਂਦੀ ਆ ਐਂਡ ਦੈਨ ਉਹ ਇੱਥੇ ਸਟੂਡੈਂਟਸ ਆਉਂਦੇ ਆ ਐਂਡ ਦੈਨ ਦੇ ਸਪਾਂਸਰ देयर ਸਪਾਊਸਸ, ਹੈ ਨਾ। ਸੋ ਜਦੋਂ ਆਪਾਂ ਸਪਾਊਸਲ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਲਾਉਣੀ ਆ, ਬਹੁਤ ਸਾਰੇ ਕੀ ਫੈਕਟਰਸ ਨੇ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ। ਇੱਕ ਤਾਂ ਕਿ ਜੇ ਤੁਸੀਂ ਯੰਗ ਹੈਗੇ ਆ, ਬਹੁਤ ਥੋੜਾ ਟਾਈਮ ਹੋਇਆ ਤੁਹਾਡੀ ਮੈਰਿਜ ਨੂੰ, ਤੁਸੀਂ ਇਕੱਠੇ ਨਹੀਂ ਰਹੇ ਹੈਗੇਗੇ, ਇਹਨਾਂ ਫਾਈਲਾਂ ਦੇ ਵਿੱਚ ਆਪਾਂ ਨੂੰ ਡੈਫੀਨੇਟਲੀ ਪ੍ਰੋਬਲਮ ਆਉਂਦੀ ਹੈ ਅਪਰੂਵਲ ਲੈਣ ਦੇ ਵਿੱਚ। ਜਿੱਥੋਂ ਮਰਜ਼ੀ ਆਪਾਂ ਫਾਈਲ ਲਵਾ ਲਈਏ, ਮੈਂ ਚਾਹੇ ਜਿੰਨੀ ਮਰਜ਼ੀ ਆਪਣੀ ਲੀਗਲ ਐਕਸਪਰਟੀਜ਼ ਦੇ ਨਾਲ ਫਾਈਲ ਆਪਾਂ ਵਧੀਆ ਬਣਾ ਕੇ ਲਾ ਦਈਏ, ਪਰ ਜੇ ਆਪਣੇ ਕੋਲੇ ਉਹੋ ਜਿਹੇ ਡਾਕੂਮੈਂਟਸ ਨਹੀਂ ਹੈਗੇਗੇ ਤਾਂ ਐਕਸਪਲੇਨੇਸ਼ਨਸ ਵੀ ਕਿਸੇ ਐਕਸਟੈਂਟ ਤੱਕ ਹੀ ਕੰਮ ਕਰਦੀਆਂ ਨੇ। ਗਵਰਨਮੈਂਟ ਨੇ ਹਮੇਸ਼ਾ ਨਾਲ ਡਾਕੂਮੈਂਟਸ ਦੇਖਣੇ ਹੁੰਦੇ ਕਿ ਆਪਣੇ ਕੋਲੇ ਫੈਕਚੁਅਲ ਐਵੀਡੈਂਸ ਕੀ ਹੈਗਾ ਉਸ ਚੀਜ਼ ਨੂੰ ਪ੍ਰੂਵ ਕਰਨ ਦਾ, ਹੈ ਨਾ। ਸੋ ਮੇਰੀ ਰეკਮੈਂਡੇਸ਼ਨ ਕੀ ਹੈਗੀ ਹੈ ਕਿ ਜੇ ਤੁਹਾਡੀ ਬਿਲਕੁਲ ਨਵੀਂ ਮੈਰਿਜ ਹੈ, ਤੁਸੀਂ ਐਟਲੀਸਟ 1-2 ਵਾਰੀ ਬੈਕ ਐਂਡ ਫੋਰਥ ਟਰੈਵਲ ਕਰਕੇ ਆਓ ਇੰਡੀਆ, ਸੋ ਦੈਟ ਕਿ ਆਪਾਂ ਹੋਰ ਐਡੀਸ਼ਨਲ ਡਾਕੂਮੈਂਟੇਸ਼ਨ ਨਾਲ ਲਾ ਸਕਦੇ ਹਾਂ ਕਿ ਵਾਕਈ ਜੈਨੂਇਨ ਰਿਲੇਸ਼ਨਸ਼ਿਪ ਹੈਗਾ ਆ। ਪ੍ਰੂਫ ਆਫ ਫੰਡਸ ਦੇ ਲਈ ਵੀ ਆਪਾਂ ਨੂੰ ਇੱਕ ਚੀਜ਼ ਦਾ ਬੜਾ ਧਿਆਨ ਰੱਖਣਾ ਹੁੰਦਾ। ਕਈ ਵਾਰੀ ਆਪਾਂ ਕੀ ਦੇਖਦੇ ਹਾਂ ਪੇਪਰਸ ਦੇ ਵਿੱਚ ਨਿਤਿਨ ਜੀ, ਸਪੈਸੀਫਿਕਲੀ ਆਪਣੀ ਕਮਿਊਨਿਟੀ, ਆਪਾਂ ਜਦੋਂ ਪੰਜਾਬ ਜਾਂ ਇੰਡੀਆ ਤੋਂ ਫਾਈਲਾਂ ਲਾਉਣੇ ਆ, ਐਪਲੀਕੈਂਟ ਨੇ ਇਨਕਮ ਟੈਕਸ ਦੇ ਡਾਕੂਮੈਂਟਸ 'ਚ ਇਨਕਮ ਦਿਖਾਈ ਹੁੰਦੀ ਆ 2.5-3 ਲੱਖ ਦੇ ਨੇੜੇ, ਬੈਂਕ ਬੈਲੈਂਸ ਉਹ ਦਿਖਾ ਦਿੰਦੇ 10-12 ਲੱਖ ਦਾ। ਉਹਦੇ 'ਚ ਫਿਰ ਗਵਰਨਮੈਂਟ ਕੁਐਸਚਨ ਕਰਦੀ ਕਿ ਤੁਹਾਡੀ ਇਨਕਮ ਤਾਂ ਹੈ ਨਹੀਂ ਇੰਨੀ ਸਾਲ ਦੀ, ਤੇ ਤੁਸੀਂ ਫੰਡਸ ਕਿੱਥੋਂ ਦਿਖਾ ਰਹੇ ਆ, ਸਾਨੂੰ ਨਹੀਂ ਲੱਗਦਾ ਇਹ ਜੈਨੂਇਨ ਫੰਡਸ ਨੇ। ਕਈ ਵਾਰੀ ਸਾਨੂੰ ਕਲਾਇੰਟਸ ਕਹਿਣਗੇ ਕਿ ਨਹੀਂ, ਮੇਰਾ ਅਕਾਊਂਟ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ, ਮੇਰੇ ਅਕਾਊਂਟ 'ਚ ਟ੍ਰਾਂਜੈਕਸ਼ਨਸ ਆਉਂਦੀਆਂ ਵੀ ਨੇ ਜਾਂਦੀਆਂ ਵੀ ਨੇ, ਕਿ ਮੈਂ ਕੋਈ ਬਹੁਤ ਵੱਡੇ ਡਿਪੋਜ਼ਿਟ ਨਹੀਂ ਕੀਤੇ ਹੋਏ, ਮੇਰੇ ਕੋਲੇ ਸਾਲ ਦੇ ਫੰਡਸ ਪਏ ਆ। ਬਟ ਸਟਿਲ ਜੇ ਤੁਹਾਡੀ ਐਨੂਅਲ ਇਨਕਮ ਉਸ ਚੀਜ਼ ਨੂੰ ਸਪੋਰਟ ਨਹੀਂ ਕਰਦੀ ਹੈਗੀ ਤਾਂ ਗਵਰਨਮੈਂਟ ਨਹੀਂ ਐਕਸੈਪਟ ਕਰਦੀ। ਦੇ ਡੂ ਕੁਐਸਚਨ ਥੀਸ ਕਾਈਂਡ ਆਫ ਥਿੰਗਸ ਐਸ ਵੈਲ। ਠੀਕ ਹੈ। ਸੋ ਕਮਲ ਜੀ, ਬਿਲਕੁਲ ਤੁਸੀਂ ਮੈਂਸ਼ਨ ਕੀਤਾ, ਅਸੀਂ ਉਹ ਪ੍ਰੋਗਰਾਮ ਕੀਤਾ ਸੀਗਾ ਅਵੇਅਰਨੈਸ ਲਿਆਉਣ ਲਈ, ਕਿਉਂਕਿ ਸਾਨੂੰ ਵੀ ਬਹੁਤ ਸਾਹਮਣੇ ਇਸ਼ੂ ਆਏ ਸੀਗੇ। ਯੰਗ ਬੱਚੇ ਜਿਹੜੇ ਉਹ ਮੈਰਿਜ ਕਰਕੇ ਰੀਸੈਂਟਲੀ 18 ਸਾਲ ਦੀਆਂ ਬੱਚੀਆਂ ਵੀ ਆ ਜਾਂਦੀਆਂ, ਉਹਨਾਂ ਤੇ ਬਹੁਤ ਵੱਡਾ ਬਰਡਨ ਹੈ। ਇੱਕ ਤੁਸੀਂ ਸਟੱਡੀ ਵੀ ਕਰਨੀ ਹੈ, ਇੱਕ ਸਪਾਊਸ ਨੂੰ ਵੀ ਸਪਾਂਸਰ ਕਰਨਾ ਹੈ, ਔਰ ਉਹਦੇ ਬਾਅਦ ਜਦ ਰਿਜੈਕਸ਼ਨ ਲੱਗ ਜਾਂਦੀ ਹੈ ਕਿਉਂਕਿ ਪੇਪਰ ਡਾਕੂਮੈਂਟਸ ਪੂਰੇ ਨਹੀਂ ਹੈ, ਸੋ ਉੱਥੇ ਅਸੀਂ ਤੁਹਾਡੀ ਵੀ ਇੱਕ ਇਮੀਗ੍ਰੇਸ਼ਨ ਐਕਸਪਰਟ ਦੀ ਵੀ ਇੱਕ ਸਲਾਹ ਲਿੱਤੀ ਸੀਗੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਕਿਉਂਕਿ ਅਗਰ ਜਦ ਰਿਜੈਕਸ਼ਨ ਲੱਗ ਜਾਂਦੀ ਹੈ 1 ਵਾਰ 2 ਵਾਰ, ਸੋ ਇੱਕ ਸਟੱਡੀ ਕਰਨੀ, ਇੱਕ ਉੱਤੇ ਸਟ੍ਰੈਸ ਲੈਵਲ ਬਹੁਤ ਹਾਈ ਹੋ ਜਾਂਦਾ ਹੈ। ਬਿਲਕੁਲ ਹਾਈ ਹੋ ਜਾਂਦਾ ਹੈ। ਹਾਂਜੀ ਨਿਤਿਨ ਜੀ, ਐਂਡ ਦੈਨ ਅਗਲੀ ਗੱਲ, ਜਿਵੇਂ ਅਸੀਂ ਦੇਖਦੇ ਹਾਂ ਇਮੀਗ੍ਰੇਸ਼ਨ ਤੋਂ ਕਈ ਵਾਰੀ ਬੇਸਡ ਔਨ ਐਕਸਪੀਰੀਅੰਸ ਜਾਂ ਆਪਾਂ ਕੇਸ ਨੋਟਸ ਵਗੈਰਾ ਕਢਵਾਉਂਦੇ ਆ ਫਾਈਲਸ ਦੇ, ਫਾਈਂਡ ਆਊਟ ਕਰਨ ਦੇ ਲਈ ਕਿ ਐਗਜ਼ੈਕਟ ਕੀ ਰੀਜ਼ਨ ਲੱਗਿਆ ਇਮੀਗ੍ਰੇਸ਼ਨ ਆਫਿਸਰ ਨੂੰ, ਤਾਂ ਜਿਹੜੇ ਉਹਨਾਂ ਨੇ ਨੋਟਸ ਮੈਂਸ਼ਨ ਕੀਤੇ ਹੁੰਦੇ ਆ ਉਹ ਲਿਖਦੇ ਕਿ ਪ੍ਰਿੰਸੀਪਲ ਐਪਲੀਕੈਂਟ ਐਂਡ ਦਾ ਸਪਾਂਸਰਸ ਏਜ 19 years or 20 years of age। ਠੀਕ ਹੈ, ਨਾਟ ਦੈਟ ਕਿ ਇਹ ਚੀਜ਼ ਐਜ਼ ਸੱਚ ਲੀਗਲੀ, ਹਾਂਜੀ ਬਿਲਕੁਲ ਤੁਸੀਂ ਅਬਵ ਜਿਹੜੇ ਤੁਸੀਂ ਅਡਲਟਸ ਹੈਗੇ ਆ, ਤੁਸੀਂ ਆਪਣਾ ਮੈਰਿਜ ਕਰ ਸਕਦੇ ਹੋ, ਨੋ ਪ੍ਰੋਬਲਮ, ਬਟ ਇਹਦੇ ਨਾਲ ਤੁਹਾਡੀ ਫਾਈਲ ਦੀ ਓਵਰਆਲ ਕ੍ਰੈਡੀਬਿਲਿਟੀ ਘਟ ਜਾਂਦੀ ਹੈ। ਸੋ ਲੈਟਸ ਨਾਟ ਈਵਨ ਥਿੰਕ ਅਬਾਊਟ ਇਮੀਗ੍ਰੇਸ਼ਨ। ਜੇ ਆਪਾਂ ਰੂਲਸ ਵਗੈਰਾ ਕਿਸੇ ਚੀਜ਼ ਬਾਰੇ ਨਾ ਆਪਾਂ ਸੋਚੀਏ, ਐਜ਼ ਕਾਮਨ ਪਰਸਨ ਨਿਤਿਨ ਜੀ, ਜੇ ਆਪਾਂ ਸੋਚੀਏ ਕਿ ਤੁਸੀਂ 19 ਸਾਲ 20 ਸਾਲ ਦੀ ਏਜ ਆ, ਵਿਆਹ ਕਰਾ ਕੇ 10 ਦਿਨ ਰਹਿ ਕੇ ਤੁਸੀਂ ਕਿਸੇ ਕੰਟਰੀ 'ਚ ਆ ਜਾਂਦੇ ਹੋ, ਮੁੜ ਕੇ ਤੁਸੀਂ ਕਹਿੰਦੇ ਕਿ ਮੈਂ ਆਪਣੇ ਸਪਾਊਸ ਨੂੰ ਬੁਲਾਉਣਾ ਆ, what could be the reason for that marriage? Immigration, right? It comes down to, it's very simple ਕਿ ਇਹਦੇ ਲਈ ਆਪਾਂ ਨੂੰ ਬਹੁਤ ਵੱਡਾ ਲੌਜਿਕ ਜਾਂ ਬਹੁਤ ਵੱਡੀ ਕੋਈ ਲੀਗਲ ਨੌਲੇਜ ਹੋਣ ਦੀ ਲੋੜ ਨਹੀਂ ਹੈਗੀ। ਕੋਈ ਵੀ ਬੰਦਾ ਇਸ ਚੀਜ਼ ਨੂੰ ਸੁਣ ਕੇ ਕਹਿ ਸਕਦਾ ਕਿ ਹਾਂਜੀ yes it was done for immigration, right? ਸੋ ਇਹ ਕੁਝ ਕੁ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਆ। ਐਂਡ ਜੇ ਰਿਫਿਊਜ਼ਲਸ ਆ ਜਾਂਦੀਆਂ ਨੇ ਤਾਂ ਫਿਰ ਕੋਈ ਫਾਇਦਾ ਨਿਕਲਦਾ ਨਹੀਂ ਹੈਗਾ ਵਿੱਚੋਂ। ਬਿਲਕੁਲ ਬਿਲਕੁਲ। ਕਮਲ ਜੀ, ਆਪਾਂ ਚੱਲੀਏ ਕਿ ਅਗਰ ਨੈਕਸਟ ਤੇ ਸਟੱਡੀ ਪਰਮਿਟ ਦੀ ਅਪਰੂਵਲ ਦੀ ਗੱਲ ਹੈ
ਸੋ ਉਹ ਦੱਸੋਗੇ, ਉਹਦੇ ਚ ਵੀ ਬਹੁਤ ਵੱਡੀ ਨਿਊਜ਼ ਹੈ ਤੁਹਾਡੇ ਕੋਲ, ਕੀ ਹੈਗੀ ਅਪਡੇਟਸ ਉਹਦੇ? ਬਿਲਕੁਲ, ਇਟਸ ਅ ਵੈਰੀ ਵੈਰੀ ਗੁੱਡ ਨਿਊਜ਼ ਉਹਨਾਂ ਸਾਰੇ ਬੱਚਿਆਂ ਦੇ ਲਈ ਜਿਨ੍ਹਾਂ ਨੇ ਆਪਣੀ ਇੰਡੀਆ ਦੇ ਵਿੱਚ ਪੜ੍ਹਾਈ ਪੂਰੀ ਕਰ ਲਈ ਤੇ ਉਹਨਾਂ ਨੇ ਆਈਲੈਟਸ ਵਗੈਰਾ ਕਰਕੇ ਕੈਨੇਡਾ ਦੇ ਵਿੱਚ ਜਾਂ ਤਾਂ ਐਡਮਿਸ਼ਨ ਲਈ ਹੋਈ ਕਿਸੇ ਕਾਲਜ ਯੂਨੀਵਰਸਿਟੀ ਨਾਲ, ਜਾਂ ਆਪਣੀਆਂ ਫਾਈਲਾਂ ਲਾਈਆਂ ਹੋਈਆਂ। ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਨੇ ਰੀਸੈਂਟਲੀ ਦੱਸਿਆ ਕਿ 56,000 ਸਟੱਡੀ ਪਰਮਿਟ ਐਪਲੀਕੇਸ਼ਨਸ ਜਿਹੜੀਆਂ ਨੇ ਪਹਿਲੇ ਸਟੇਜ ਦੇ ਵਿੱਚ ਉਹਨਾਂ ਨੇ ਅਪਰੂਵ ਕਰਤੀਆਂ ਨੇ। ਠੀਕ ਹੈ। ਸੋ ਦੈਟਸ ਅ ਹਿਊਜ ਨੰਬਰ ਆਫ ਐਪਲੀਕੇਸ਼ਨਸ ਜਿਹੜੀਆਂ ਅਪਰੂਵ ਹੋਈਆਂ ਨੇ। ਸੋ ਹੁਣ ਜਦੋਂ ਆਪਾਂ ਇਹ ਗੱਲ ਦੱਸਦੇ ਹਾਂ ਕਿ 56,000 ਜਿਹੜੀਆਂ ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨਸ ਪਹਿਲੀ ਸਟੇਜ ਦੇ ਵਿੱਚ ਅਪਰੂਵ ਕੀਤੀਆਂ, ਸੋ ਇਹ ਸਟੇਜਸ ਦਾ ਬੇਸਿਕਲੀ ਕੀ ਮਤਲਬ ਆ ਕਿ ਜਿਹੜੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਆ ਇਹਨੂੰ ਇਮੀਗ੍ਰੇਸ਼ਨ ਨੇ 2 ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ ਹੁਣ ਜਦੋਂ ਪ੍ਰੋਸੈਸ ਕਰਦੇ ਆ। ਪਹਿਲੀ ਸਟੇਜ ਹੈਗੀ ਆ ਉਹਨਾਂ ਨੇ ਤੁਹਾਡੀ ਐਲੀਜੀਬਿਲਿਟੀ ਚੈੱਕ ਕਰਨੀ ਆ। ਐਲੀਜੀਬਿਲਿਟੀ ਚ ਆ ਜਾਂਦਾ ਤੁਹਾਡੇ ਕੋਲੇ ਨੰਬਰ ਵਧੀਆ ਹੈਗੇ ਪੜ੍ਹਾਈ ਚ, ਤੁਹਾਡੇ ਐਡਮਿਸ਼ਨ ਜਿਹੜੀ ਤੁਸੀਂ ਕੈਨੇਡਾ ਦੇ ਵਿੱਚ ਲਈ ਆ ਉਹ ਪ੍ਰੋਪਰ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਨਾਲ ਲਈ ਹੋਈ ਆ, ਤੁਸੀਂ ਤੁਹਾਡੇ ਕੋਲੇ ਫਾਈਨੈਂਸ਼ੀਅਲ ਰਿਸੋਰਸਸ ਹੈਗੇ ਆਪਣਾ ਖਰਚਾ ਚੱਕਣ ਦੇ ਲਈ, ਐਂਡ ਤੁਸੀਂ ਜਿਹੜਾ ਹੈਗਾ ਆਈਲੈਟਸ ਵਗੈਰਾ ਚੋਂ ਵਧੀਆ ਸਕੋਰ ਲਿਆ ਹੋਇਆ, ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹੋ ਬੇਸਡ ਔਨ ਦਾ ਲੈਂਗੁਏਜ ਸਕਿੱਲਸ। ਇਹ ਚੀਜ਼ ਆ ਜਾਂਦੀ ਐਲੀਜੀਬਿਲਿਟੀ ਦੇ ਵਿੱਚ। ਜਦੋਂ ਗਵਰਨਮੈਂਟ ਇਹ ਸਾਰੀਆਂ ਚੀਜ਼ਾਂ ਚੈੱਕ ਕਰ ਲੈਂਦੀ ਆ, ਤੁਹਾਨੂੰ ਪਹਿਲੀ ਸਟੇਜ ਦਾ ਅਪਰੂਵਲ ਭੇਜਦੇ ਆ, ਉਹ ਲੈਟਰ ਗਵਰਨਮੈਂਟ ਵੱਲੋਂ ਤੁਹਾਨੂੰ ਈਮੇਲ ਚ ਆਉਂਦੀ ਆ। ਉਹਦੇ ਚ ਬੇਸਿਕਲੀ ਉਹ ਕੀ ਦੱਸਦੇ ਆ ਕਿ ਤੁਸੀਂ ਪਹਿਲੀ ਸਟੇਜ ਪ੍ਰੋਸੈਸਿੰਗ ਕਲੀਅਰ ਕਰ ਲਈ ਆ, ਤੁਸੀਂ ਆਪਣੀ ਪੜ੍ਹਾਈ ਸ਼ੁਰੂ ਕਰ ਦਿਓ ਆ ਲੈਟਰ ਆਪਣੀ ਕਾਲਜ ਯੂਨੀਵਰਸਿਟੀ ਨੂੰ ਦਿਖਾ ਕੇ। ਠੀਕ ਹੈ। ਜਿਹੜੀ ਤੁਸੀਂ ਪੜ੍ਹਾਈ ਪੂਰੀ ਕਰੋਗੇ, ਜੇ ਤੁਸੀਂ 1 ਸਮੈਸਟਰ ਲਾ ਲਿਆ ਜਾਂ ਤੁਸੀਂ 2 ਸਮੈਸਟਰ ਲਾ ਲਏ, ਤਾਂ ਉਹ ਤੁਹਾਡੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਂਡ ਤੁਹਾਡੀ PR ਦੀ ਫਾਈਲ ਚ ਵੀ ਬਿਲਕੁਲ ਕਾਊਂਟ ਹੋਊਗੀ। ਜਿਹੜੀ ਦੂਜੀ ਸਟੇਜ ਦੀ ਅਪਰੂਵਲ ਆ ਉਹਨੂੰ ਟਾਈਮ ਲੱਗ ਸਕਦਾ। ਟਾਈਮ ਇਸ ਕਰਕੇ ਲੱਗ ਸਕਦਾ ਕਿ ਜੇ ਤੁਸੀਂ ਬਾਇਓਮੈਟ੍ਰਿਕਸ ਨਹੀਂ ਇੰਡੀਆ ਦੇ ਵਿੱਚ ਹੋ ਰਹੇ ਰਾਈਟ ਨਾਓ, ਤੇ ਜੇ ਤੁਸੀਂ ਇੰਡੀਆ 'ਚ ਬੈਠੇ ਹੋ ਤਾਂ ਬਾਇਓਮੈਟ੍ਰਿਕਸ ਦੀ ਕੋਈ ਐਗਜ਼ੈਂਪਸ਼ਨ ਵੀ ਨਹੀਂ ਆਈ ਹਾਲੇ। ਜਿੰਨਾ ਚਿਰ ਉਹ ਸੈਂਟਰ ਖੋਲਦੇ ਨਹੀਂ ਹੈਗੇ, ਤੁਹਾਡੀ ਫਾਈਲ ਉਹਨਾਂ ਨੇ ਫਾਈਨਲ ਸਟੱਡੀ ਪਰਮਿਟ ਨਹੀਂ ਇਸ਼ੂ ਕਰਨਾ ਹੈਗਾ। ਸੋ ਉਹ ਸੈਕੰਡ ਸਟੇਜ ਨੂੰ ਚਾਹੇ ਟਾਈਮ ਲੱਗ ਜੇ ਅਪਰੂਵ ਹੋਣ ਨੂੰ, ਬਟ ਤੁਹਾਨੂੰ ਬੈਨੀਫਿਟ ਬੱਚਿਆਂ ਨੂੰ ਕੀ ਹੋ ਰਿਹਾ ਕਿ ਤੁਹਾਡਾ ਟਾਈਮ ਨਹੀਂ ਜ਼ਾਇਆ ਹੋਊਗਾ, ਤੁਸੀਂ ਪੜ੍ਹਾਈ ਕਰਨੀ ਸ਼ੁਰੂ ਕਰ ਸਕਦੇ ਹੋ ਆਪਣੀ। ਸੋ ਟੋਟਲ ਕਿੰਨੀ ਸਟੇजेस ਹੈਗੀਆਂ? 2 ਸਟੇजेस ਹੈਗੀਆਂ ਨੇ। ਸਟੇਜ 1 ਦੇ ਵਿੱਚ ਐਲੀਜੀਬਿਲਿਟੀ ਚੈੱਕ ਕਰਦੇ, ਸਟੇਜ 2 ਚ ਉਹਨਾਂ ਨੇ ਬੇਸਿਕਲੀ ਕੀ ਚੈੱਕ ਕਰਨਾ ਆ, ਬਾਇਓਮੈਟ੍ਰਿਕਸ ਵਗੈਰਾ ਤੁਹਾਡਾ ਅਪਰੂਵ ਹੋ ਕੇ ਆਉਣਾ ਚਾਹੀਦਾ। ਦੂਜੀ ਚੀਜ਼ ਉਹਨਾਂ ਨੇ ਚੈੱਕ ਕਰਨੀ ਹੈ ਕਿ ਕੋਈ ਮੈਡੀਕਲ ਜਾਂ ਕ੍ਰਿਮੀਨਲ ਇਨਐਡਮਿਸਿਬਿਲਿਟੀ ਤਾਂ ਨਹੀਂ ਹੈਗੀ ਐਪਲੀਕੈਂਟ ਦੇ। ਸੋ ਜੇ ਮੋਸਟਲੀ ਆਪਣੀ ਪਹਿਲੀ ਸਟੇਜ ਕਲੀਅਰ ਹੋ ਗਈ ਆ, ਆਪਾਂ ਨੂੰ ਪਤਾ ਹੀ ਹੁੰਦਾ ਕਿ ਕੋਈ ਮੈਡੀਕਲ ਰੈਕਡ ਜਾਂ ਕੋਈ ਕ੍ਰਿਮੀਨਲ ਹਿਸਟਰੀ ਤਾਂ ਹੈ ਨਹੀਂ, ਦੂਜੀ ਸਟੇਜ ਵੀ ਅਪਰੂਵ ਹੋ ਕੇ ਆਈ ਜਾਣੀ ਆ। ਬਟ ਇਹ ਹੈਗਾ ਕਿ ਆਪਾਂ ਨੂੰ ਤੁਸੀਂ ਸਟਕ ਨਹੀਂ ਹੈਗੇ ਕਿ ਆਪਾਂ ਨੂੰ ਵੇਟ ਕਰਨਾ ਪਊਗਾ ਕਿ ਫਾਈਲ ਅਪਰੂਵ ਹੋਊਗੀ ਫੇਰ ਹੀ ਮੈਂ ਪੜ੍ਹਾਈ ਸ਼ੁਰੂ ਕਰ ਸਕਦਾ। ਤੁਸੀਂ ਪੜ੍ਹਾਈ ਆਪਣੀ ਬਿਲਕੁਲ ਸ਼ੁਰੂ ਕਰ ਸਕਦੇ ਹੋ। ਐਂਡ ਆਮ ਗੋਨਾ ਸ਼ੇਅਰ ਕਿ ਜਿਹੜੀ ਉਹ ਪਹਿਲੀ ਸਟੇਜ ਦੀ ਅਪਰੂਵਲ ਲੈਟਰ ਆ ਉਹ ਕਿੱਦਾਂ ਦੀ ਲੱਗਦੀ ਆ, ਜੇ ਤੁਸੀਂ ਡਿਸਪਲੇ ਕਰ ਸਕਦੇ ਹੋ ਸਾਰੇ ਬੱਚੇ ਆਪਣੀ ਸਾਈਟ। ਬਿਲਕੁਲ ਜੀ, ਅਸੀਂ ਉਹ ਤੇ ਜਿਹੜੇ ਆਪਣੇ ਵਿਊਅਰਸ ਨੇ, ਹਾਂਜੀ ਬਿਲਕੁਲ, ਹਾਂਜੀ ਬਿਲਕੁਲ, ਅਸੀਂ ਉਹ ਸਕਰੀਨ ਤੇ ਡਿਸਪਲੇ ਕਰ ਦਿੰਦੇ ਹਾਂ ਕਿ ਫਰਸਟ ਸਟੇਜ ਦੀ ਜਿਹੜੀ ਅਪਰੂਵਲ ਹੁੰਦੀ ਹੈ ਸਟੱਡੀ ਪਰਮਿਟ ਦੀ ਕਿੱਦਾਂ ਲੱਗਦੀ, ਅਸੀਂ ਸਕਰੀਨ ਤੇ ਡਿਸਪਲੇ ਕਰ ਦਿੰਦੇ ਹਾਂ ਉਹਨੂੰ। yes so this is I think a very good initiative ਜਿਹੜੀ ਆਪਣੀ ਗਵਰਨਮੈਂਟ ਨੇ ਲਿਆ ਆ। they are prioritizing ਜਿਹੜੀ ਸਟੂਡੈਂਟਸ ਦੀ ਐਪਲੀਕੇਸ਼ਨ ਨਾਲ ਬਿਲਕੁਲ ਪ੍ਰਾਇੋਰਟਾਈਜ਼ ਕਰ ਰਹੇ ਉਹਨਾਂ ਨੂੰ। ਸੋ ਜੇ ਤੁਸੀਂ ਫਾਈਲ ਲਾਉਣਾ ਵੀ ਚਾਹੁੰਦੇ ਹੋ, ਬਿਲਕੁਲ ਡੈਫੀਨਿਟਲੀ ਇਟਸ ਦਾ ਰਾਈਟ ਟਾਈਮ। ਤੁਸੀਂ ਇਹ ਨਾ ਸੋਚੋ ਕਿ ਤੁਹਾਡੀ ਫਾਈਲ ਨਹੀਂ ਅਪਰੂਵ ਹੋਊਗੀ। ਜੇ ਤੁਸੀਂ ਕੰਡੀਸ਼ਨਸ ਪੂਰੀਆਂ ਕਰਦੇ ਹੋ ਤਾਂ ਗਵਰਨਮੈਂਟ ਵਿਲ ਪ੍ਰੋਸੈਸ ਐਂਡ ਅਪਰੂਵ ਯੂਰ ਐਪਲੀਕੇਸ਼ਨ, ਐਂਡ ਤੁਸੀਂ ਆਪਣੀ ਪੜ੍ਹਾਈ ਵੀ ਜਿਹੜੀ ਹੈਗੀ ਆ ਉਹ ਉੱਥੇ ਬੈਠੇ ਜਿਹੜੀ ਸ਼ੁਰੂ ਕਰ ਸਕਦੇ ਹੋ। ਸੋ ਜਿਹੜਾ ਤੁਸੀਂ ਦੱਸਿਆ 56,000 ਐਪਲੀਕੇਸ਼ਨਸ ਅਪਰੂਵ ਹੋਈਆਂ ਫਰਸਟ ਸਟੇਜ 'ਚ, ਅਕ੍ਰੋਸ ਦਾ ਗਲੋਬ ਹੋਈਆਂ ਹੋਣੀਆਂ ਸਾਰੇ ਕੰਟਰੀਜ਼ ਤੋਂ। yes that's right। ਠੀਕ ਹੈ। ਕਮਲ ਜੀ, ਆਪਾਂ ਹੁਣ ਅਗਲੇ ਪੁਆਇੰਟ ਤੇ ਚੱਲੀਏ ਜਿਹੜਾ ਕਿ ਵਿਜ਼ਿਟਰ ਵਰਕ ਪਰਮਿਟ ਲੈ ਸਕਦਾ ਹੈ। ਇਹਦੇ 'ਚ ਵੀ ਕਾਫੀ ਕਨਫਿਊਜ਼ਨ ਹੈ। ਉਹਦੇ 'ਚ ਐਲੀਜੀਬਿਲਿਟੀ ਕੀ ਹੈ, ਕੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ, ਕਿਹੜਾ ਵਿਜ਼ਿਟਰ ਲੈ ਸਕਦਾ, ਕਿ ਇੰਡੀਆ ਤੋਂ ਹੁਣ ਆ ਕੇ ਵਿਜ਼ਿਟਰ ਲੈ ਸਕਦਾ ਕਿ ਪਹਿਲੇ ਇੱਥੇ ਹੋਣਾ ਚਾਹੀਦਾ ਹੈ, ਉਹ ਸਿਨੈਰੀਓ ਸਾਨੂੰ ਸਾਰਾ ਦੱਸ ਦਿਓ ਕੀ ਹੈਗਾ ਡਿਟੇਲ। ਬਿਲਕੁਲ, ਗਵਰਨਮੈਂਟ ਨੇ ਸਤੰਬਰ 2 ਤੋਂ ਬਾਅਦ ਚੋਂ ਇਹ ਚੀਜ਼ ਜਿਹੜੀ ਆ ਇਹ ਨਵਾਂ ਅਗੇਨ ਕੋਵਿਡ ਕਰਕੇ ਹੀ ਇਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਆ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਇਸ ਟਾਈਮ ਵਿਜ਼ਿਟਰ ਹੈਗੇ ਹੋ ਤੇ ਤੁਸੀਂ ਆਪਣਾ ਵਿਜ਼ਿਟਰ ਸਟੇਟਸ ਵਰਕ ਪਰਮਿਟ ਦੇ ਵਿੱਚ ਕੈਨੇਡਾ 'ਚ ਰਹਿੰਦੇ ਬਦਲਾ ਸਕਦੇ ਹੋ। ਪਰ ਇਹਦੇ ਨਾਲ ਐਲੀਜੀਬਿਲਿਟੀ ਕੰਡੀਸ਼ਨਸ ਕੀ ਆ, ਤੁਸੀਂ ਪ੍ਰੋਪਰ ਤੁਹਾਡਾ ਲੀਗਲ ਵਿਜ਼ਿਟਰ ਸਟੇਟਸ ਹੋਣਾ ਚਾਹੀਦਾ। ਜੇ ਤੁਸੀਂ ਆਊਟ ਆਫ ਸਟੇਟਸ ਹੋ ਗਏ ਹੋ ਤਾਂ ਤੁਸੀਂ ਫਾਈਲ ਨਹੀਂ ਲਾ ਸਕਦੇ ਹੈਗੇ, ਚਾਹੇ ਤੁਸੀਂ ਇਨੀਸ਼ੀਅਲੀ ਵਿਜ਼ਿਟਰ ਆਏ ਸੀਗੇ, ਪਰ ਜੇ ਤੁਹਾਡਾ ਜਿਹੜੀ ਸਟੇ ਕੈਨੇਡਾ 'ਚ ਐਕਸਪਾਇਰ ਹੋ ਗਈ ਆ ਫਿਰ ਨਹੀਂ ਤੁਸੀਂ ਲਾ ਸਕਦੇ। ਆਪਣਾ ਸਟੇਟਸ ਰੀਸਟੋਰ ਕਰਵਾਓ ਤੁਸੀਂ। ਦੂਜੀ ਕੰਡੀਸ਼ਨ ਇਹਦੇ 'ਚ ਕੀ ਆ ਕਿ ਬਹੁਤ ਸਾਰੀਆਂ ਸਾਨੂੰ ਕਾਲਸ ਆਉਂਦੀਆਂ, ਨਿਤਿਨ ਜੀ ਸਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਸਾਡੀ ਫਾਈਲ ਲਾ ਦਿਓ। ਹੁਣ ਗਵਰਨਮੈਂਟ ਨੇ ਨਿਊਜ਼ ਇਹ ਜਿਹੜੀ ਅਲਾਓ ਕਰਤਾ ਕਿ ਵਿਜ਼ਿਟਰਸ ਵਰਕ ਪਰਮਿਟ ਲਾ ਲੈਣ, ਪਰ ਆਪਾਂ ਨੂੰ LMIA ਸਟਿਲ ਚਾਹੀਦੀ ਆ। ਯੂ ਸਟਿਲ ਨੀਡ ਅ ਵੈਲਿਡ LMIA। ਉਸ ਵੈਲਿਡ LMIA ਦੇ ਬੇਸ ਤੇ ਹੀ ਆਪਾਂ ਵਰਕ ਪਰਮਿਟ ਲੈ ਸਕਦੇ ਹਾਂ। ਠੀਕ ਹੈ। ਸੋ ਇਹ ਦੂਜੀ ਰਿਕੁਆਇਰਮੈਂਟ ਆਪਾਂ ਨੂੰ ਹੈਗੀ ਆ। ਤੀਜੀ ਰਿਕੁਆਇਰਮੈਂਟ ਨਾਰਮਲੀ ਜਿਹੜੀ ਹਰ ਇੱਕ ਐਪਲੀਕੇਸ਼ਨ ਤੇ ਹੀ ਅਪਲਾਈ ਹੁੰਦੀ ਆ, ਉਹ ਹੈਗੀ ਕਿ ਤੁਹਾਡਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੋਣਾ ਚਾਹੀਦਾ, ਕੋਈ ਮੈਡੀਕਲ ਇਸ਼ੂ ਨਹੀਂ ਹੋਣਾ ਚਾਹੀਦਾ। ਜਿਹੜੀ ਜੌਬ ਤੁਹਾਨੂੰ ਆਫਰ ਹੋ ਰਹੀ ਆ ਤੁਸੀਂ ਉਹਦੇ 'ਚ ਤੁਹਾਡੇ ਕੋਲੇ ਰੈਲੇਵੈਂਟ ਐਕਸਪੀਰੀਅੰਸ ਜਾਂ ਐਜੂਕੇਸ਼ਨ ਵੀ ਹੋਣਾ ਚਾਹੀਦਾ ਜੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਨੂੰ ਸਕਸੈਸਫੁਲੀ ਅਪਰੂਵਲ ਆਵੇ। ਠੀਕ ਹੈ।
ਇੱਕ ਗੱਲ ਹੋਰ ਇਮੀਗ੍ਰੇਸ਼ਨ ਨੇ ਕੀਤੀ ਹੈ ਕਿ ਜੇ ਤੁਸੀਂ ਵਿਜ਼ਟਰ ਹੈਗੇ ਕੈਨੇਡਾ ਦੇ ਵਿੱਚ, ਤੁਹਾਡੇ ਕੋਲੇ LMIA ਵੀ ਹੈਗੀ ਆ, ਅਪਰੂਵ ਹੋ ਕੇ ਆ ਗਈ, ਪਰ ਹਾਲੇ ਤੁਹਾਡਾ ਵਰਕ ਪਰਮਿਟ ਨਹੀਂ ਅਪਰੂਵ ਹੋਇਆ, ਤਾਂ ਤੁਸੀਂ ਕੰਮ ਕਰ ਸਕਦੇ ਆ। ਪਰ ਅਗੇਨ ਇਟਸ ਨਾਟ ਐਵਰੀਬਡੀ ਹੂ ਕੈਨ ਵਰਕ, ਦੇयर ਆਰ ਸਰਟਨ ਕੰਡੀਸ਼ਨਸ ਕੀ ਹੈਗੀਆਂ ਕਿ ਤੁਸੀਂ ਅਗਸਤ 24 ਤੋਂ ਐਟਲੀਸਟ ਘੱਟੋ ਘੱਟ ਕੈਨੇਡਾ 'ਚ ਵਿਜ਼ਟਰ ਹੋਣੇ ਚਾਹੀਦੇ ਹੋ। ਦੂਜੀ ਕੰਡੀਸ਼ਨ ਕੀ ਹੈਗੀ ਆ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਤੁਹਾਡੇ ਕੋਲੇ ਕਿਸੇ ਇੱਕ ਪੁਆਇੰਟ ਤੇ ਵੈਲਿਡ ਵਰਕ ਪਰਮਿਟ ਹੋਵੇ। ਠੀਕ ਹੈ। ਕਿ ਜੇ ਤੁਸੀਂ ਆਲਵੇਜ਼ ਹੀ ਕੈਨੇਡਾ ਵਿਜ਼ਟਰ ਰਹੇ ਹੋ, ਫਿਰ ਨਹੀਂ ਤੁਸੀਂ ਕੰਮ ਕਰ ਸਕਦੇ ਹੈਗੇ ਜਿੰਨਾ ਚਿਰ ਤੁਹਾਡਾ ਵਰਕ ਪਰਮਿਟ ਨਹੀਂ ਆ ਜਾਂਦਾ। ਸੋ ਕੰਮ ਤਾਂ ਉਹ ਕਰ ਪਾਉਣਗੇ, ਬਟ ਉਹਨਾਂ ਨੂੰ ਵੇਟ ਕਰਨੀ ਪਊ ਕੋਈ 2-3 ਮਹੀਨਿਆਂ ਦੀ, ਜਿੰਨਾ ਚਿਰ ਫਾਈਲ ਪ੍ਰੋਸੈਸ ਦੇ ਵਿੱਚ ਹੈਗੀ ਆ। ਪਲੱਸ ਜੇ ਤੁਸੀਂ ਇੱਥੇ ਵਿਜ਼ਟਰ ਹੈਗੇ ਆ, ਤੁਹਾਡੀ LMIA ਆ ਗਈ, ਤੁਹਾਡਾ ਵਰਕ ਪਰਮਿਟ ਅਪਰੂਵ ਹੋ ਕੇ ਨਹੀਂ ਆਇਆ, ਤੁਸੀਂ ਉਸ ਡਿਊਰੇਸ਼ਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਤਾਂ ਤੁਸੀਂ IRCC ਨੂੰ ਇੱਕ ਵੈਬ ਫਾਰਮ ਪਾ ਕੇ ਆਨਲਾਈਨ ਪਰਮਿਸ਼ਨ ਵੀ ਮੰਗਣੀ ਹੈ ਕਿ ਮੈਂ ਕੰਮ ਕਰਨਾ ਸ਼ੁਰੂ ਜਿਹੜਾ ਆ ਚਾਹੁੰਦਾ ਆ, ਤੇ ਆ ਮੇਰੇ ਕੋਲੇ ਪੋਜ਼ਿਟਿਵ LMIA ਹੈਗਾ ਆ। ਠੀਕ ਹੈ। ਸੋ ਠੀਕ ਹੈ ਕਮਲ ਜੀ, ਆ ਸਾਰੀ ਇਨਫੋਰਮੇਸ਼ਨ ਜਿਹੜੀ ਵਿਜ਼ਟਰ ਟੂ ਵਰਕ ਪਰਮਿਟ ਹੈਗੀ ਹੈ। ਹੁਣ ਜਨਰਲ ਪੁੱਛੀਏ ਤੇ ਫਾਈਲਸ ਦੀ ਇਸ ਟਾਈਮ ਕਿੱਦਾਂ ਸਾਰੀ ਸਿਚੁਏਸ਼ਨ ਹੈ? ਕਿ ਮੂਵਿੰਗ ਠੀਕ ਹੈ? ਪ੍ਰੋਸੈਸਿੰਗ ਟਾਈਮ ਕੋਈ ਵੱਧ ਤਾਂ ਨਹੀਂ ਲੱਗ ਰਿਹਾ ਪੈਂਡੈਮਿਕ ਕਰਕੇ? ਕਿਉਂਕਿ ਸੈਕੰਡ ਵੇਵ ਜਿੱਦਾਂ ਓਨਟਾਰੀਓ 'ਚ ਵੀ ਆਪਾਂ ਕਿਹਾ, ਸੋ ਉਹ ਸਾਰਾ ਨਾਰਮਲ ਪ੍ਰੋਸੈਸ ਹੈ ਹੁਣ ਓਪਨ ਹੈ? ਹਾਂਜੀ, ਦੋ ਪਾਰਟਸ ਹੋ ਜਾਂਦੇ ਨਿਤਿਨ ਜੀ। ਪਹਿਲੀ ਗੱਲ ਤਾਂ ਜਿਵੇਂ ਆਪਾਂ ਸ਼ੁਰੂ 'ਚ ਵੀ ਡਿਸਕਸ ਕੀਤਾ ਕਿ ਕੈਨੇਡਾ ਐਪਲੀਕੇਸ਼ਨਸ ਐਕਸੈਪਟ ਕਰ ਰਿਹਾ ਕਿ ਨਹੀਂ ਕਰ ਰਿਹਾ, ਹੈ ਨਾ। ਜੇ ਆਪਾਂ PR ਦੀ ਗੱਲ ਕਰੀਏ ਤਾਂ ਬਿਲਕੁਲ ਸਾਰੀਆਂ ਫਾਈਲਾਂ ਐਕਸੈਪਟ ਹੋ ਰਹੀਆਂ ਨੇ। ਤੁਸੀਂ PNP ਦੇ ਥਰੂ ਵੀ ਆਪਾਂ ਟਾਈਮ ਟੂ ਟਾਈਮ ਦੇਖਦੇ, ਜਿਵੇਂ ਆਪਾਂ ਹੁਣੇ ਗੱਲ ਕੀਤੀ PEI 'ਚ ਉਹਨਾਂ ਨੇ ਡਰਾ ਕੱਢੇ, ਓਨਟਾਰੀਓ 'ਚ ਡਰਾ ਨਿਕਲਦੇ ਆ ਟਾਈਮ ਟੂ ਟਾਈਮ, ਤੇ BC ਦੇ ਵਿੱਚ ਟੈਕ ਡਰਾ ਦੇ ਅੰਡਰ ਕਾਫੀ ਸਾਰੀਆਂ ਫਾਈਲਾਂ ਨੂੰ ਇਨਵਾਈਟ ਕਰਦੇ ਆ। ਸੋ ਇਮੀਗ੍ਰੇਸ਼ਨ ਦਾ ਕੰਮ ਐਕਟਿਵਲੀ ਚੱਲ ਰਿਹਾ। ਜੇ ਤੁਸੀਂ ਕਿਸੇ PNP 'ਚ ਫਾਈਲ ਲਾਈ ਹੋਈ ਆ ਜਾਂ ਤੁਸੀਂ ਐਕਸਪ੍ਰੈਸ ਐਂਟਰੀ 'ਚ ਫਾਈਲ ਲਾਉਣਾ ਚਾਹੁੰਦੇ ਆ, ਉਹਦੇ 'ਚ ਵੀ 2 ਡਰਾ ਮਹੀਨੇ ਦੇ ਵਿੱਚ ਨਿਕਲਦੇ ਹੀ ਨਿਕਲਦੇ ਨੇ। ਸੋ ਫਾਈਲਾਂ ਤੁਸੀਂ ਸਪਾਊਸ ਦੀ ਲਾਉਣੀ ਆ, ਉਹ ਵੀ ਬਿਲਕੁਲ ਲਾ ਸਕਦੇ ਹੋ। ਸੋ ਫਾਈਲ ਕੈਟੇਗਰੀ ਕੋਈ ਇਹੋ ਜਿਹੀ ਨਹੀਂ ਹੈਗੀ ਜਿਹੜੀ ਇਮੀਗ੍ਰੇਸ਼ਨ ਨਹੀਂ ਐਕਸੈਪਟ ਕਰ ਰਹੇ। ਪਰ ਦੂਜਾ ਪਾਰਟ ਆ ਜਾਂਦਾ ਕਿ ਟਾਈਮ ਕਿੰਨਾ ਲੱਗੂਗਾ। ਟਾਈਮ ਆਪਾਂ ਬਿਲਕੁਲ ਐਕਸਪੈਕਟ ਕਰ ਸਕਦੇ ਹਾਂ ਕਿ ਹਰ ਇੱਕ ਐਪਲੀਕੇਸ਼ਨ 'ਚ ਥੋੜਾ ਬਹੁਤਾ ਡਿਲੇ ਤਾਂ ਆਊਗਾ ਹੀ। ਜੇ ਆਪਾਂ ਸਪਾਊਸਲ ਦੀ ਗੱਲ ਕਰੀਏ ਜਾਂ ਫੈਮਿਲੀ ਸਪਾਂਸਰਸ਼ਿਪ ਦੀ ਗੱਲ ਕਰੀਏ ਕਿ ਤੁਸੀਂ ਆਪਣੇ ਪੈਰੈਂਟਸ ਦੀ PR ਦੀ ਫਾਈਲ ਲਾਈ ਹੋਈ ਆ, ਉਹਨਾਂ ਫਾਈਲਾਂ ਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਰਿਹਾ ਆ ਕਿਉਂਕਿ ਦੇ ਆਰ ਨਾਟ ਟੇਕਿੰਗ them up as priority। ਇਹ ਤੋਂ ਬਿਨਾਂ ਜੇ ਤੁਸੀਂ ਐਕਸਪ੍ਰੈਸ ਐਂਟਰੀ 'ਚ ਫਾਈਲ ਲਾਈ ਹੋਈ, PNP ਦੇ ਥਰੂ ਫਾਈਲ ਲਾਈ ਹੋਈ ਆ, ਜਿਵੇਂ ਓਨਟਾਰੀਓ ਦੇ ਵਿੱਚ ਜਦੋਂ ਤੁਹਾਡੀ PNP ਅਪਰੂਵ ਹੋ ਕੇ ਆ ਜਾਂਦੀ ਹੈ ਤਾਂ ਨਾਰਮਲ ਪ੍ਰੋਸੈਸਿੰਗ ਟਾਈਮ ਪ੍ਰੀ ਕੋਵਿਡ ਲੱਗਦਾ ਸੀਗਾ 12 ਤੋਂ 15 ਮਹੀਨੇ। ਹੁਣ ਗਵਰਨਮੈਂਟ ਨੇ ਉਹਦਾ ਪ੍ਰੋਸੈਸਿੰਗ ਟਾਈਮ ਵਧਾ ਕੇ 20 ਮਹੀਨੇ ਕਰਤਾ ਹੈ। ਸੋ ਪ੍ਰੋਸੈਸਿੰਗ ਟਾਈਮ ਇਨਕਰੀਜ਼ ਹੋਏ ਨੇ, ਯੈਸ ਐਬਸੋਲਿਊਟਲੀ, ਚਾਹੇ ਆਪਾਂ ਕਿਸੇ ਤਰੀਕੇ ਦੀ ਫਾਈਲ ਦੀ ਗੱਲ ਕਰ ਲਈਏ। ਬਟ ਜਿਹੜਾ ਪਹਿਲਾ ਪੁਆਇੰਟ ਹੈਗਾ ਕਿ ਤੁਸੀਂ ਫਾਈਲ ਲਾ ਸਕਦੇ ਹੋ ਕਿ ਨਹੀਂ ਲਾ ਸਕਦੇ, ਉਹ ਡੈਫੀਨੇਟਲੀ ਹਰ ਇੱਕ ਪ੍ਰੋਗਰਾਮ ਦੇ ਵਿੱਚ ਫਾਈਲਾਂ ਜਿਹੜੀਆਂ ਲੱਗ ਰਹੀਆਂ ਨੇ। ਠੀਕ ਹੈ ਕਮਲ ਜੀ, ਥੈਂਕ ਯੂ ਸਾਰੀ ਇਨਫੋਰਮੇਸ਼ਨ ਲਈ। ਸਾਡਾ ਟਾਈਮ ਵੀ ਓਵਰ ਹੋ ਰਿਹਾ, ਤੇ ਜਾਂਦੇ ਜਾਂਦੇ ਤੁਸੀਂ ਆਪਣਾ ਫੋਨ ਨੰਬਰ ਔਰ ਲੋਕੇਸ਼ਨ, ਕਿਉਂਕਿ ਨਵੀਂ ਲੋਕੇਸ਼ਨ ਤੇ ਤੁਸੀਂ ਆ ਗਏ ਹੋ, ਇੱਕ ਵਾਰ ਫੇਰ ਦੱਸ ਦਿਓ। ਔਰ ਇਹ ਵੀ ਸਾਨੂੰ ਕਾਫੀ ਆਉਂਦਾ ਹੈ ਕਿ ਇਨਕੁਆਇਰੀਜ਼ ਤੁਹਾਨੂੰ ਆਉਂਦੀਆਂ ਤੇ ਥੋੜਾ ਜਿਹਾ ਟਾਈਮ ਵੀ ਲੱਗ ਜਾਂਦਾ ਤੁਹਾਨੂੰ ਰਿਪਲਾਈ ਕਰਨ ਨੂੰ ਕੁਝ ਕੇਸਿਸ 'ਚ। ਉਹ ਵੀ ਕਲੀਅਰ ਕਰ ਦਿਓ ਕਿ ਤੁਸੀਂ ਰਿਪਲਾਈ ਜ਼ਰੂਰ ਕਰਦੇ ਹੋ। ਤੇ ਯੈਸ ਬਿਲਕੁਲ ਐਬਸੋਲਿਊਟਲੀ। ਹਾਂਜੀ ਨਿਤਿਨ ਜੀ, ਸਾਡਾ ਜਿਹੜਾ ਐਡਰੈਸ ਨਵਾਂ ਜਿੱਥੇ ਸਾਡੇ ਆਫਿਸ ਅਸੀਂ ਮੂਵ ਹੋਏ ਆ, ਯੂਨਿਟ 20 2700 ਨਾਰਥ ਪਾਰਕ ਡਰਾਈਵ, ਮੇਨ ਇੰਟਰਸੈਕਸ਼ਨ ਹੈਗੀ ਆ 에ਅਰਪੋਰਟ ਐਂਡ ਨਾਰਥ ਪਾਰਕ। ਐਂਡ ਜਿਹੜਾ ਸਾਡਾ ਮੇਨ ਪੁਆਇੰਟ ਆਫ ਕੰਟੈਕਟ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 416 826 0002। ਸਾਡੇ ਕੋਲੇ ਸੇਮ ਹੀ ਫੋਨ ਦੇ ਉੱਤੇ WhatsApp ਵੀ ਹੈਗਾ ਆ। ਅਸੀਂ ਆਪਣੀ ਬੈਸਟ ਟਰਾਈ ਕਰਦੇ ਹਾਂ। ਵੀ ਹੈਵ ਪੀਪਲ ਡੈਡੀਕੇਟਡ ਜਿਨ੍ਹਾਂ ਦਾ ਕੰਮ ਸਿਰਫ ਇਹੀ ਹੈ ਕਿ ਆਪਾਂ ਈਮੇਲਸ ਦਾ ਜਵਾਬ ਦੇਣਾ, ਪਲੱਸ ਆਪਾਂ ਤੁਹਾਡੀ ਕੋਈ WhatsApp ਤੇ ਕੁਐਰੀ ਆਉਂਦੀ ਹੈ ਜਾਂ ਤੁਹਾਡਾ ਫੋਨ ਆਉਂਦਾ, ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਤੁਹਾਨੂੰ ਆਨਸਰ ਜ਼ਰੂਰ ਕੀਤਾ ਜਾਂਦਾ। ਜੇ ਤੁਸੀਂ ਮੇਰੇ ਨਾਲ ਕੰਸਲਟੇਸ਼ਨ ਸੈਟਅਪ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਅਗੇਨ ਵੀ ਆਰ ਵੈਰੀ ਹੈਪੀ, ਵੀ ਐਬਸੋਲਿਊਟਲੀ ਅਪਰੀਸ਼ੀਏਟ ਆਲ ਆਵਰ ਕਲਾਇੰਟਸ ਜਿਹੜੇ ਸਾਤੋਂ ਸਲਾਹ ਲੈ ਕੇ ਜਾਂ ਕੋਈ ਫਰਦਰ ਆਪਣੀ ਫਾਈਲ ਦੀ ਪ੍ਰੋਸੈਸਿੰਗ ਕਰਾਉਣਾ ਚਾਹੁੰਦੇ ਆ। ਬਹੁਤ ਅਫੋਰਡੇਬਲ ਪ੍ਰਾਈਸਿਸ ਜਿਹੜੀਆਂ ਨੇ ਅਸੀਂ ਚਾਰਜ ਕਰਦੇ ਹਾਂ ਐਟ ਮਾਨ ਇਮੀਗ੍ਰੇਸ਼ਨ। ਓਨਲੀ ਜਿੰਨੇ ਅਮਾਊਂਟ ਆਫ ਆਵਰਸ ਅਸੀਂ ਪੁੱਟ ਕਰਦੇ ਹਾਂ, ਦੈਟਸ ਵਾਟ ਯੂ ਗੈਟ ਚਾਰਜ ਫॉर। ਸਾਨੂੰ ਬਹੁਤ ਕਲਾਇੰਟਸ ਆ ਕੇ ਪੁੱਛਦੇ ਵੀ ਆ ਕਿ ਲਾਈਕ ਬਸ ਇੰਨਾ ਹੀ, ਕਿ ਸਾਨੂੰ ਤਾਂ ਐਕਸਪੈਕਟੇਸ਼ਨ ਸੀਗੀ ਕਿ ਜੀ ਬਹੁਤ ਜ਼ਿਆਦਾ ਚਾਰਜ ਕਰੋਗੇ ਤੁਸੀਂ, ਰਾਈਟ। ਸੋ ਅ ਫੇਅਰ ਅਮਾਊਂਟ ਆਫ ਮਨੀ ਅਸੀਂ ਚਾਰਜ ਕਰਦੇ ਹਾਂ ਜਿੰਨਾ ਅਸੀਂ ਕੰਮ ਕਰਨਾ, ਐਂਡ ਐਟ ਦੀ ਐਂਡ ਆਫ ਦੀ ਡੇ ਵੀ ਗੈਟ ਦ ਵਰਕ ਡਨ ਫॉर ਯੂ, ਹੈ ਨਾ। ਸੋ ਜੇ ਤੁਸੀਂ ਮੇਰੇ ਨਾਲ ਅਪਾਇੰਟਮੈਂਟ ਸੈਟਅਪ ਕਰਨਾ ਚਾਹੁੰਦੇ ਆ, ਵੀ ਡੂ ਚਾਰਜ ਅ ਕੰਸਲਟੇਸ਼ਨ ਫੀਸ $75। ਜਿਹੜੀ ਕੰਸਲਟੇਸ਼ਨ ਹੁੰਦੀ ਹੈ ਤੁਹਾਨੂੰ ਪ੍ਰੋਪਰ ਅੱਧੇ ਘੰਟੇ ਦੀ ਅਪਾਇੰਟਮੈਂਟ ਦਿੱਤੀ ਜਾਂਦੀ। ਉਹ ਤੋਂ ਬਾਅਦ ਚੋਂ ਤੁਹਾਡੇ ਕੋਈ ਫੋਲੋ ਅਪ ਕੁਐਸਚਨਸ ਆ, ਕੰਸਰਨਸ ਆ, ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਥਰੂ ਈਮੇਲ ਤੁਹਾਨੂੰ ਆਲਵੇਜ਼ ਆਨਸਰ ਕਰਦੇ ਰਹੀਏ। ਸੋ ਤੁਸੀਂ ਬਾਈ ਅਪਾਇੰਟਮੈਂਟ ਜਿਹੜਾ ਆ ਮੈਨੂੰ ਵੀ ਮਿਲ ਸਕਦੇ ਹੋ, ਸਾਡੇ ਆਫਿਸ ਦੇ ਵਿੱਚ ਵੀ ਐਨੀ ਟਾਈਮ ਤੁਸੀਂ ਕੰਟੈਕਟ ਕਰ ਸਕਦੇ ਹੋ। ਐਂਡ ਵੀ ਵਿਲ ਬੀ ਵੈਰੀ ਹੈਪੀ ਟੂ ਮੇਕ ਸ਼ੋਰ ਕਿ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੀ ਫਾਈਲ ਜਿਹੜੀ ਆ ਉਹ ਸਕਸੈਸਫੁਲੀ ਅਪਰੂਵ ਕਰਵਾਈ ਜਾਵੇ। ਠੀਕ ਹੈ, ਥੈਂਕ ਯੂ ਕਮਲ ਜੀ ਸਾਰੀ ਇਨਫੋਰਮੇਸ਼ਨ ਦੇ ਲਈ। ਸੋ ਆ ਸੀਗੇ ਕਮਲ ਮਾਨ ਇਮੀਗ੍ਰੇਸ਼ਨ ਤੋਂ, ਜਿਹੜੇ ਕਿ ਟਾਈਮ ਟੂ ਟਾਈਮ ਸਾਨੂੰ ਇਮੀਗ੍ਰੇਸ਼ਨ 'ਚ ਜਿਹੜੀ ਵੀ ਚੇਂਜਸ ਆਉਂਦੀਆਂ, ਜਿੰਨੀਆਂ ਵੀ ਅਪਡੇਟਸ ਆਉਂਦੀਆਂ, ਉਹ ਸਾਡੇ ਨਾਲ
ਸਾਂਝੀ ਕਰਦੇ ਆ ਔਰ ਸਾਡੇ ਵਿਊਅਰਸ ਨੂੰ ਵੀ ਉਹਦਾ ਬਹੁਤ ਫਾਇਦਾ ਹੁੰਦਾ ਹੈ, ਕਿਉਂਕਿ ਉਹ ਜਿਹੜੀ ਡੇ ਟੂ ਡੇ ਚੇਂਜਸ ਹੈ ਇਮੀਗ੍ਰੇਸ਼ਨ ਵੱਲੋਂ ਉਹ ਸਾਡੇ ਸਾਹਮਣੇ ਆਉਣੀਆਂ ਜ਼ਰੂਰੀ ਹੈ। ਸਾਨੂੰ ਉਹਦੇ ਤੇ ਦੇਖਣਾ ਕਿ ਸਾਡੇ ਹੱਕ 'ਚ ਕੀ ਹੈ, ਅਸੀਂ ਕਿਹੜੇ ਕਿਹੜੇ ਸਿਸਟਮ ਨਾਲ ਅਪਲਾਈ ਕਰ ਸਕਦੇ ਹਾਂ ਔਰ ਇਮੀਗ੍ਰੇਸ਼ਨ 'ਚ ਕਿਹੜੀਆਂ ਚੇਂਜਸ ਹੈ। ਅਸੀਂ ਫਿਰ ਕਿਸੇ ਗੈਸਟ ਨਾਲ ਕਿਸੇ ਹੋਰ ਮੁੱਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਅਗਰ ਆਹ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ।